ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਜੁਗੋ ਜੁਗ ਅਟਲ ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਜਿਸ ਥਾਂ 'ਤੇ ਹੁਣ ਅਨੰਦਪੁਰ ਸਾਹਿਬ ਹੈ, ਇਸ ਥਾਂ ਨੂੰ ਮਹਾਰਾਜ ਜੀਆਂ ਨੇ ਮੁੱਲ ਖਰੀਦਿਆ। ਕਹਿਲੂਰੀਆ ਜੋ ਰਾਜਾ ਹੈ ਉਹਦੇ ਕੋਲੋਂ ਇਹ ਜਗ੍ਹਾ ਖਰੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਘਰ ਬਣਾਉਣ ਵਾਸਤੇ, ਬਾਜ਼ਾਰ ਬਣਾਉਣ ਵਾਸਤੇ ਹੁਕਮ ਦਿੱਤਾ। ਜਦੋਂ ਇਹ ਕਾਰਜ ਕਰਵਾ ਰਹੇ ਸਨ ਤੇ ਇੱਕ ਦੈਂਤ ਜਿਹੜਾ ਇੱਥੇ ਨਿਵਾਸ ਕਰਦਾ ਸੀ, ਸਤਿਗੁਰਾਂ ਦੇ ਕੋਲ ਆਇਆ। ਨਾਮ ਇਸ ਦਾ ਮਾਖੋ ਹੈ। ਆ ਕੇ ਕਹਿਣ ਲੱਗਾ, ਮਹਾਰਾਜ ਮੈਂ ਇੱਥੇ 700 ਸਾਲ ਤੋਂ ਇੱਥੇ ਰਹਿ ਰਿਹਾ ਹਾਂ, ਇਹ ਮੇਰਾ ਨਿਵਾਸ ਸਥਾਨ ਹੈ। ਆਪ ਜੀ ਇੱਥੇ ਆਏ ਹੋ, ਤੁਹਾਡੇ ਸਿੱਖ ਬਾਣੀ ਪੜ੍ਹਦੇ ਨੇ, ਮੈਂ ਇੱਥੇ ਰਹਿ ਨਹੀਂ ਸਕਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਤੂੰ ਸਰਹੰਦ ਚਲੇ ਜਾ, ਉੱਥੇ ਕਈ ਸਾਕੇ ਹੋਣੇ ਨੇ, ਕਈ ਕਾਰਜ ਹੋਣੇ ਨੇ, ਉੱਥੇ ਜਾ ਕੇ ਨਿਵਾਸ ਕਰ। ਜਦੋਂ 10ਵੇਂ ਰੂਪ ਦੇ ਵਿੱਚ ਅਸੀਂ ਬਠਿੰਡੇ ਜਾਵਾਂਗੇ ਤੇ ਬਠਿੰਡੇ ਦੇ ਕਿਲੇ ਵਿੱਚ ਜਿਹੜਾ ਕਾਣਾ ਦਿਓ ਰਹਿੰਦਾ ਹੈ ਉਸ ਨੂੰ ਵੀ ਤੇਰੇ ਕੋਲ ਇੱਥੇ ਭੇਜ ਦੇਵਾਂਗੇ। ਇਸ ਤਰ੍ਹਾਂ ਮਹਾਰਾਜ ਦੇ ਹੁਕਮ ਦੇ ਨਾਲ ਉਹ ਮਾਖੋ ਦੈਨ ਚਲਾ ਗਿਆ। ਇਸ ਕਰਕੇ ਆਨੰਦਪੁਰ ਸਾਹਿਬ ਨੂੰ ਕੁਝ ਮਾਖੋਵਾਲ ਵੀ ਕਹਿੰਦੇ ਨੇ ਵੀ ਮਾਖੋ ਨਾਮ ਦੇ ਦੈਂਤ ਨੇ ਇੱਥੇ ਰਹਿਣਾ ਕੀਤਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ ਸਾਡੇ ਸਿੱਖ ਆਨੰਦਪੁਰ ਸਾਹਿਬ ਆਖਿਆ ਕਰਨਗੇ। ਜਿਹੜੇ ਗੁਰਸਿੱਖੀ ਤੋਂ ਦੂਰ ਜਾਂ ਹੋਰ ਮਤਾਂ ਵਾਲੇ ਨੇ ਉਹ ਮਾਖੋਵਾਲ ਵੀ ਆਖਿਆ ਕਰਨਗੇ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ੍ਰੀ ਗੁਰੂ ਹਰਗੋਬਿੰਦ ਕੋ ਨੰਦਨ ਬੰਦਨ ਜੋਗ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਸਪੁੱਤਰ ਨੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ, ਸੋ ਉਹ ਨਮਸਕਾਰ ਕਰਨ ਦੇ ਯੋਗ ਹਨ। ਤੇਗ ਬਹਾਦਰ ਧਰਮ ਧੁਰ ਸਦਾ ਰਹਿ ਬ੍ਰਿਤ ਜੋਗ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੇਗ ਦੇ ਬਹਾਦਰ ਨੇ, ਧਰਮ ਦੀ ਧੁਜਾ ਹਨ, ਧਰਮ ਦਾ ਆਸਰਾ, ਬ੍ਰਿਤ ਅਜੋਗ, ਜਿਨ੍ਹਾਂ ਦੀ ਬ੍ਰਿਤੀ ਹਰ ਵੇਲੇ ਅਕਾਲ ਪੁਰਖ ਵਿੱਚ ਜੁੜੀ ਰਹਿੰਦੀ ਹੈ, ਜਿਹੜੇ ਹਰ ਵੇਲੇ ਅਕਾਲ ਪੁਰਖ ਦੇ ਵਿੱਚ ਜੁੜੇ ਰਹਿੰਦੇ ਹਨ। ਚੌਪਈ ਮੰਦਰ ਸੁੰਦਰ ਹੇਤ ਕਰਾਵਨ। ਸਤਿਗੁਰੂ ਪਾਤਸ਼ਾਹ ਜੀ ਸੋਹਣੇ ਸੋਹਣੇ ਮਕਾਨ ਘਰ ਰਹਿਣ ਵਾਸਤੇ ਬਣਾਉਣ ਲੱਗੇ ਹਨ। ਸ੍ਰੀ ਗੁਰ ਸ਼ਿਲਪੀ ਕਰੇ ਆਵਾਹਨ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਜਿਹੜੇ ਸ਼ਿਲਪਕਾਰ ਨੇ ਉਹਨਾਂ ਨੂੰ ਬੁਲਾਇਆ ਹੈ। ਸ਼ਿਲਪਕਾਰ ਤੋਂ ਭਾਵ ਹੁੰਦਾ ਜਿਹੜੇ ਕਾਰੀਗਰ ਨੇ, ਕੋਈ ਲੱਕੜ ਦਾ ਦਰਵਾਜ਼ਾ ਲਾਉਣ ਵਾਲਾ, ਕੋਈ ਕੰਧ ਕਰਨ ਵਾਲਾ, ਕੋਈ ਘਰ ਦੀ ਹੋਰ ਸਜਾਵਟ ਬਣਾਉਣ ਵਾਲਾ, ਜਿੰਨੇ ਵੀ ਕਾਰੀਗਰ ਨੇ ਘਰ ਬਣਾਉਣ ਵਾਲੇ ਬੁਲਾਏ ਹਨ। ਬ੍ਰਿੰਦ ਮਜ਼ਦੂਰ ਬੁਲਾਏ ਲਗਾਏ। ਤੇ ਸਤਿਗੁਰਾਂ ਨੇ ਬਹੁਤੇ ਮਜ਼ਦੂਰ ਬੁਲਾ ਕੇ ਤੇ ਇਸ ਕੰਮ ਵਿੱਚ ਲਾ ਦਿੱਤੇ ਹਨ। ਧਰਮਸਾਲ ਕੋ ਬਿਉਂਤ ਬਣਾਏ। ਤੇ ਮਹਾਰਾਜ ਜੀਆਂ ਨੇ ਇੱਕ ਧਰਮਸਾਲ ਬਣਾਈ ਹੈ, ਜਿਹਦੇ ਵਿੱਚ ਆਉਂਦੇ ਜਾਂਦੇ ਰਾਹਗੀਰ ਰਿਹਾ ਕਰਨਗੇ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਸਰਾਂ ਬਣੀ ਹੈ।
ਇਸ ਤਰ੍ਹਾਂ ਦੀ ਇੱਕ ਧਰਮਸ਼ਾਲਾ ਬਣਾਈ ਹੈ ਜਿੱਥੇ ਸਾਧੂ ਸੰਤ ਜਾਂ ਗੁਰੂ ਕੀਆਂ ਸੰਗਤਾਂ ਨਿਵਾਸ ਕਰਨਗੀਆਂ। ਦਾਰ ਬਿਲੰਦ ਸੁਗੰਧਤ ਬ੍ਰਿੰਦ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸੋ ਕਹਿਣ ਲੱਗੇ ਵੀ ਇੱਥੇ ਅਨੇਕ ਤਰ੍ਹਾਂ ਦੇ ਜਿਹੜੇ ਸੁੰਦਰ ਦਰਵਾਜ਼ੇ ਨੇ ਉਹ ਬਣਾਉਣਾ ਕੀਤੇ ਨੇ। ਵਿਦਵਾਨਾਂ ਨੇ ਲਿਖਿਆ ਵੀ ਇਹ ਜਿਹੜੇ ਦੈਂਤ ਨੇ ਕਸ਼ਯਪ ਜਿਹੜਾ ਰਿਖੀ ਹੈ ਉਹਦੀ ਘਰਵਾਲੀ ਜਿਹੜੀ ਅਦਿਤੀ ਹੈ ਉਹਦੇ ਤੋਂ ਦੈਂਤ ਪੈਦਾ ਹੋਏ ਸਨ। ਧਾਰਮਿਕ ਗ੍ਰੰਥ ਜਿਹੜਾ ਹੈ ਇਸ ਗੱਲ ਦਾ ਹਵਾਲਾ ਦਿੰਦਾ ਹੈ। ਨਾਨਾ ਚਿਤਰਤ ਮਨ ਅਰਬਿੰਦ। ਇਹ ਕਹਿਣ ਲੱਗੇ ਵੀ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਚਿੱਤਰਕਾਰੀਆਂ ਕਰ ਕਰਕੇ ਬੜੇ ਸੋਹਣੇ ਸੁੰਦਰ ਦਰਵਾਜ਼ੇ ਬਣਾਏ ਹਨ। ਸੁਕਰਨ ਘਰ 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 ਦੁਆਰਾ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਘਰਾਂ ਦੇ ਦਰਵਾਜ਼ੇ ਤਾਕੀਆਂ ਕੰਧਾਂ ਵਗੈਰਾ ਜੋ ਵੀ ਨੇ ਉਹ ਕਾਰੀਗਰਾਂ ਨੇ ਬਣਾਈਆਂ ਹਨ। ਅਤੇ ਸੋਹਣੇ ਇਸ ਬਾਜ਼ਾਰਾਂ ਨੂੰ ਸੋਹਣੇ ਇਹਨਾਂ ਮਕਾਨਾਂ ਨੂੰ ਬਣਾ ਰਹੇ ਨੇ। ਸਜਾਵਟ ਦੇ ਵਿੱਚ ਬਣਾਉਣ ਵਾਸਤੇ ਸੋਹਣਾ ਲੱਗਣ ਵਾਸਤੇ ਸਾਰੇ ਕਾਰਜ ਜਿਹੜੇ ਨੇ ਮਿਸਤਰੀਆਂ ਤੇ ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਹਨ। ਕਰੀ ਸੁਹਾਵਨੇ ਅਨੇਕ ਪ੍ਰਕਾਰਾ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਸੋਭਨੀਕ ਜਿਹੜਾ ਸੋਹਣਾ ਲੱਗੇ ਇਸ ਤਰ੍ਹਾਂ ਦਾ ਸੁੰਦਰ ਬਾਜ਼ਾਰ ਬਣਾਇਆ ਹੈ। ਚਾਰ ਚੌਂਕ ਚੌਕਨ ਆਕਾਰ। ਤੇ ਚਾਰ ਚੌਂਕ ਬਣਾਏ ਨੇ ਜਿਹੜੇ ਚਾਰ ਹੀ ਕੋਨਾਂ ਤੋਂ ਚਾਰ ਨੁਕਰਾਂ ਤੋਂ ਆ ਕੇ ਇੱਕ ਦੂਜੇ ਨਾਲ ਜੁੜਦੇ ਹਨ। ਰਚਿਓ ਫਰਸ਼ ਇਤ ਉਤ ਦਰਬਾਰ। ਤੇ ਸਤਿਗੁਰਾਂ ਨੇ ਜਿੱਥੇ ਦਰਬਾਰ ਲਾਉਣਾ ਹੈ ਉੱਥੇ ਬੜਾ ਸੁੰਦਰ ਫਰਸ਼ ਜਿਹੜਾ ਹੈ ਨਾ ਉਹ ਬਣਵਾਉਣਾ ਕੀਤਾ ਹੈ। ਰੁੱਤ ਖੁਸ਼ਤਨ ਵੈ ਸਭ ਸੁਖਦਾਇਕ। ਤੇ ਇਹ ਜਿਹੜੀਆਂ 6 ਰੁੱਤਾਂ ਨੇ ਨਾ ਉਹਨਾਂ ਵਿੱਚ ਇਹ ਠੀਕ ਰਵੇ। ਠੰਡ ਦੇ ਵਿੱਚ ਠੰਡ ਨਾ ਲੱਗੇ, ਗਰਮੀ ਵਿੱਚ ਗਰਮੀ ਨਾ ਲੱਗੇ, ਗਰਮੀ ਵਿੱਚ ਹਵਾ ਆਉਂਦੀ ਰਹੇ, ਸਿਆਲ ਦੇ ਵਿੱਚ ਦਰਵਾਜ਼ੇ ਤਾਕੀਆਂ ਬੰਦ ਹੋ ਜਾਵਣ। ਇਸ ਤਰ੍ਹਾਂ ਦੇ ਸੋਹਣੇ ਮਹਾਰਾਜ ਨੇ ਉਹ ਸਥਾਨ ਬਣਾਏ ਕਿ ਸਾਰੀਆਂ ਮੌਸਮਾਂ ਦੇ ਵਿੱਚ ਸਾਰੀਆਂ ਰੁੱਤਾਂ ਦੇ ਵਿੱਚ ਚੰਗੇ ਲੱਗਣਾ ਕਰਨਾ। ਸੁੰਦਰ ਬਣਿਓ ਦੇਖਵੇ ਲਾਇਕ। ਤੇ ਇਸ ਤਰ੍ਹਾਂ ਸੋਹਣੇ ਸੋਹਣੇ ਮਕਾਨ ਜਿਹੜੇ ਵੇਖਣ ਯੋਗ ਬਣੇ ਹਨ। ਇੱਕ ਧਰਮਸ਼ਾਲ ਵਿਦੇਸ਼ਨ ਹੇਤ। ਤੇ ਕਹਿਣ ਲੱਗੇ ਵੀ ਇੱਕ ਧਰਮਸ਼ਾਲਾ ਬਣਾਈ ਹੈ ਜਿਹੜੀਆਂ ਦੇਸ਼ ਜਾਂ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਇੱਕ ਰਹਿ ਬੇਹਿਤ ਬਣੇ ਨਿਕੇਤ। ਤੇ ਕੁਝ ਜਿਹੜੀਆਂ ਸੰਗਤਾਂ ਆਉਣਗੀਆਂ ਰਹਿਣ ਵਾਸਤੇ ਉਹਨਾਂ ਵਾਸਤੇ ਮਕਾਨ ਘਰ ਚਾਹੀਦੇ ਨੇ, ਉਹਨਾਂ ਵਾਸਤੇ ਸੋਹਣੇ ਘਰ ਬਣਵਾਏ ਹਨ। ਇੱਕ ਪੀਰ ਕਿਤ ਗਮਨਤ ਜਾਏ। ਤੇ ਇੱਕ ਪੀਰਾਂ ਵਾਸਤੇ ਜਗ੍ਹਾ ਬਣਾਈ ਹੈ ਵੀ ਇੱਕ ਪੀਰ ਜਾਂ ਕੋਈ ਸਾਧੂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ, ਕਿਸੇ ਹੋਰ ਮਤ ਧਰਮ ਦਾ ਵੀ ਹੋਵੇ, ਉਹਦੇ ਰਹਿਣ ਵਾਸਤੇ ਸੋਹਣਾ ਟਿਕਾਣਾ ਬਣਾਇਆ ਹੈ। ਹਾਲੇ ਅਨੰਦਪੁਰ ਪਹੁੰਚਿਓ ਆਈ। ਤੇ ਇਸ ਤਰ੍ਹਾਂ ਕਹਿਣ ਲੱਗੇ ਵੀ ਜਦੋਂ ਮਹਾਰਾਜ ਇਹ ਕਰਦੇ ਪਏ ਸਨ ਨਾ ਕਾਜ, ਤੇ ਇੱਕ ਪੀਰ ਜਾਂਦਾ ਪਿਆ ਸੀ ਰਸਤੇ ਤੇ, ਕੋਈ ਮੁਸਲਮਾਨ ਧਰਮ ਦਾ ਇਸਲਾਮ ਧਰਮ ਦਾ ਕੋਈ ਪੀਰ ਜਿਹੜਾ ਹੈ ਜਾਂਦਾ ਪਿਆ, ਤੇ ਉਹਨੇ ਵੇਖਿਆ ਵੀ ਇੱਥੇ ਬੜਾ ਸੋਹਣਾ ਇਹ ਪਿੰਡ ਬਣਾਇਆ ਜਾ ਰਿਹਾ, ਸ਼ਹਿਰ ਬਣਾਇਆ ਜਾਂਦਾ, ਤੇ ਜਾਂਦਾ ਜਾਂਦਾ ਉਹ ਇਸ ਪਾਸੇ ਨੂੰ ਆਇਆ ਹੈ। ਚਿੰਤੇ ਲੱਗੀ ਦੇਖ ਕਰ ਸੋਏ। ਤੇ ਜਦੋਂ ਉਸਨੇ ਵੇਖਿਆ ਵੀ ਇਸੇ ਬੜੇ ਚਿੰਤੀਏ ਲੱਗੇ ਹੋਏ ਨੇ, ਭਾਵ ਕੇ ਮਿਸਤਰੀ ਲੱਗੇ ਨੇ, ਕੰਧਾਂ ਚਿਣਦੇ ਪਏ, ਦਰਵਾਜ਼ੇ ਲਾਉਂਦੇ ਪਏ, ਇਸ ਤਰ੍ਹਾਂ ਦੇਖ ਕੇ ਰਚਨਾ ਰੁਚਰ ਬਾਜ਼ਾਰਨ ਜੋਏ। ਤੇ ਉਸਨੇ ਵੇਖਿਆ ਵੀ ਬਾਜ਼ਾਰਾਂ ਦੀ ਰਚਨਾ ਕਿੰਨੀ ਸੋਹਣੀ ਹੈ, ਕਿੰਨਾ ਸੋਹਣਾ ਸ਼ਹਿਰ ਤੇ ਪਿੰਡ ਬਣਾਇਆ ਹੈ। ਕਿਨੂੰ ਕੀਨੇ ਭੂਸ਼ਤ ਭਇਓ। ਇਹਨੇ ਸਵਾਲ ਕੀਤਾ, ਜਿਹੜਾ ਪੀਰ ਸੀ ਨਾ ਜਾਂਦਾ ਪਿਆ, ਸਵਾਲ ਕੀਤਾ ਲੋਕਾਂ ਨੂੰ, ਕਹਿਣ ਲੱਗਾ ਵੀ ਆ ਕੌਣ ਹੈ ਭਾਈ ਜਿਹੜਾ ਇੰਨੇ ਸੋਹਣੇ ਬਾਜ਼ਾਰ ਬਣਾਉਂਦਾ ਪਿਆ, ਇੰਨੇ ਸੋਹਣੇ ਘਰ ਬਣਾਉਂਦਾ ਪਿਆ, ਇੰਨੇ ਮਿਸਤਰੀ ਲਾਏ ਹੋਏ, ਇਹ ਕੌਣ ਹੈ ਜਿਹਨੇ ਬਣਾਇਆ ਹੈ? ਪੀਰ ਨੇ ਪੁੱਛ ਲਿਆ ਹੈ। ਸੁਨਤ ਸ਼ਿਲਪੀਨ ਉਤਰ ਦਇਓ। ਉਹ ਜਿਹੜੇ ਮਿਸਤਰੀ ਸਨ ਬਣਾਉਣ ਵਾਲੇ ਘਰ ਮਜ਼ਦੂਰ, ਉਹਨਾਂ ਨੇ ਸੁਣ ਕੇ ਪੀਰ ਦੀ ਗੱਲ ਤੇ ਅੱਗੋਂ ਜਵਾਬ ਦੇਣ ਲੱਗੇ ਹਨ। ਸ੍ਰੀ ਗੁਰੂ ਹਰਗੋਬਿੰਦ ਕੁਲ ਕਹਿਣ ਚੰਦ। ਲੱਗੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਹੋਏ ਹਨ ਜਿਹੜੇ ਕੁੱਲ ਨੂੰ ਚਾਨਣ ਲਾਉਣ ਵਾਲੇ ਹਨ। ਤਿਨਕੇ ਤੇਗ ਬਹਾਦਰ ਨੰਦ। ਉਹਨਾਂ ਦੇ ਪੁੱਤਰ ਨੇ ਭਾਈ, ਉਹਨਾਂ ਦਾ ਨਾਮ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ। ਮਿਸਤਰੀਆਂ ਨੇ ਦੱਸ ਦਿੱਤਾ ਇਸ ਪੀਰ ਨੂੰ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰ ਗੁਰੂ ਤੇਗ ਬਹਾਦਰ ਜੀਆਂ ਨੇ ਇਹ ਸੋਹਣਾ ਸਥਾਨ ਬਣਵਾਇਆ ਹੈ। ਬੈਠੇ ਬਿਦਤ ਅਵੈ ਗੁਰਗਾਦੀ। ਤੇ ਹੁਣ ਗੁਰਤਾ ਗੱਦੀ ਤੇ ਬੈਠੇ ਨੇ, ਗੁਰੂ ਨਾਨਕ ਸਾਹਿਬ ਦੀ 9ਵੀਂ ਜਗ੍ਹਾ ਤੇ ਇਸ ਵੇਲੇ ਬਿਰਾਜੇ ਹਨ। ਭਰੇ ਵਿਰਾਗ ਗਿਆਨ ਤੇ ਅਹਲਾਦੀ। ਉਹ ਬੜੇ ਵੈਰਾਗ ਦੇ ਭਰੇ ਹੋਏ, ਬੜੇ ਗਿਆਨ ਦੇ ਭਰੇ ਹੋਏ, ਤੇ ਬੜੇ ਅਹਿਲਾਦ ਨੂੰ ਦੇਣ ਵਾਲੇ ਹਨ। ਤਿਨਹੂ ਕਰਾਏ ਇਹ ਬਰ ਮੰਦਰ। ਇਹ ਉਹਨਾਂ ਨੇ ਭਾਈ ਸਭ ਕੁਝ ਬਣਾਇਆ। ਮਿਸਤਰੀਆਂ ਨੇ ਇਹ ਦੱਸ ਦਿੱਤਾ, ਇਹਨੇ ਸਵਾਲ ਕੀਤਾ ਸੀ ਨਾ ਵੀ ਇਹ ਬਣਾਇਆ ਕਿੰਨੇ ਆ ਤੇ ਕਿਉਂ ਬਣਾਇਆ, ਕਿਵੇਂ ਬਣਾਇਆ, ਤੇ ਮਿਸਤਰੀਆਂ ਨੇ ਜਵਾਬ ਦਿੱਤਾ ਵੀ ਇਹ ਗੁਰੂ ਤੇਗ ਬਹਾਦਰ ਨੇ ਬਣਾਏ ਹਨ। ਬਾਂਸ਼ਤ ਪੁਰਬ ਸਾਹਿਬ ਸੁੰਦਰ। ਸਤਿਗੁਰੂ ਜੀ ਇੱਥੇ ਸੋਹਣਾ ਇੱਕ ਆਪਣੇ ਮਨ ਇੱਛਤ, ਮਨ ਨੂੰ ਚਾਹਣ ਵਾਲਾ ਸੋਹਣਾ ਨਗਰ ਇੱਥੇ ਬਣਾਉਣਾ ਚਾਹੁੰਦੇ ਹਨ। ਸੁਨਤ ਪੀਰ ਨੇ ਤਰਕ ਵਿਚਾਰੀ। ਜਿਹੜਾ ਪੀਰ ਸੀ ਜਦੋਂ ਸੁਣੀ ਗੱਲ ਤੇ ਉਹਦੇ ਮਨ ਵਿੱਚ ਤਰਕ ਆ ਗਈ। ਕਹਿਣ ਲੱਗਾ ਕਿ ਇੱਕ ਪਾਸੇ ਤੇ ਕਹਿੰਦੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰ ਨੇ, ਬੜੇ ਤਿਆਗੀ ਨੇ, ਵਿਰਾਗੀ ਨੇ, ਗਿਆਨਵਾਨ ਨੇ,
ਤੇ ਦੂਜੇ ਪਾਸੇ ਦੁਨੀਆ ਦਾ ਪੱਕਾ ਡੇਰਾ ਲਾਉਣ ਵਾਸਤੇ ਇਹੋ ਜਿਹੀਆਂ ਉਸਾਰੀਆਂ ਕਰਦੇ ਪਏ। ਪੀਰ ਦੇ ਮਨ ਵਿੱਚ ਤਰਕ ਆਈ ਤੇ ਉਸ ਵੇਲੇ ਕਹਿਣ ਲੱਗਾ ਹੈ, ਕਰਨ ਕਹਿਣ ਗੁਰਬਿਖਮ ਨਿਹਾਰੀ। ਕਹਿਣ ਲੱਗਾ ਵੀ ਇਹ ਜਿਹੜਾ ਕੰਮ ਕਰਨਾ ਔਰ ਕਹਿਣਾ ਇਹ ਉਲਟਾ ਕੰਮ ਹੈ। ਇੱਕ ਪਾਸੇ ਆਖਦੇ ਹੋ ਗੁਰੂ ਤਿਆਗੀ ਤੇ ਵਿਰਾਗੀ ਹੈ, ਦੂਜੇ ਪਾਸੇ ਗੁਰੂ ਐਡਾ ਵੱਡਾ ਸ਼ਹਿਰ ਬਣਾਉਂਦਾ ਪਿਆ। ਇਹੋ ਜਿਹਾ ਗੁਰੂ ਨੂੰ ਵੇਖਣਾ ਚਾਹੀਦਾ, ਮਿਲਣਾ ਚਾਹੀਦਾ ਹੈ। ਜੇ ਬੈਰਾਗ ਹੋਤ ਉਰਮਾਹੀ। ਕਹਿਣ ਲੱਗਾ ਵੀ ਆਪਣੇ ਮਨ ਵਿੱਚ ਸੋਚਦਾ ਪਿਆ ਵੀ ਜੇ ਵਾਕਿਆ ਹੀ ਵਿਰਾਗ ਹੋਵੇ ਮਨ ਦੇ ਵਿੱਚ ਵੀ ਉਹਨਾਂ ਨੂੰ ਸੰਸਾਰ ਦਾ ਮੋਹ ਨਹੀਂ ਹੈ, ਇਤੋ ਆਰੰਭ ਕਰਤ ਕੇ ਤੇ ਮਨਾਹੀ। ਫਿਰ ਇਹੋ ਜਿਹਾ ਥਾਂ ਬਣਾਉਂਦੇ ਹੀ ਕਿਉਂ? ਫਿਰ ਤੇ ਲੋੜ ਹੀ ਨਹੀਂ। ਜਦੋਂ ਵਿਰਾਗ ਇਸ ਚੀਜ਼ ਦਾ ਆ ਗਿਆ ਵੀ ਮੈਂ ਦੁਨੀਆ ਤੇ ਰਹਿਣਾ ਨਹੀਂ, ਚਲੇ ਜਾਣਾ, ਤੇ ਜਿਹਦੇ ਮਨ ਵਿੱਚ ਇਹ ਗੱਲ ਹੋਵੇਗੀ ਉਹ ਫਿਰ ਦੁਨੀਆ ਵਿੱਚ ਪਸਾਰਾ ਨਹੀਂ ਪਸਾਰੇਗਾ। ਰਾਤ ਕਾਰਨ ਧਨ ਸੰਚੀਐ ਭਲਕੈ ਚੱਲਣ ਹੋਏ। ਜਿਹੜਾ ਬੰਦਾ ਇਹ ਜਾਣਦਾ ਨਾ ਵੀ ਰਾਤ ਇੱਥੇ ਮੈਂ ਰਹਿਣਾ, ਤੇ ਉਹ ਬਹੁਤਾ ਇਕੱਠ ਨਹੀਂ ਕਰੇਗਾ, ਬਹੁਤਾ ਸਮਾਨ ਇਕੱਠਾ ਨਹੀਂ ਕਰੇਗਾ। ਪਤਾ ਸਵੇਰੇ ਚੱਲਣਾ ਪੈਣਾ, ਮੈਂ ਨਾਲ ਉਹਨਾਂ ਕੋਲ ਜਾ ਸਕਦਾ ਹਾਂ, ਉਹਨਾਂ ਹੀ ਇਕੱਠਾ ਕਰਾਂ। ਜਿਹਨੂੰ ਇਹ ਆ ਵੀ ਮੈਂ ਇੱਥੋਂ ਜਾਣਾ ਹੀ ਨਹੀਂ, ਉਹ ਸਭ ਕੁਝ ਇਕੱਠਾ ਕਰੇਗਾ। ਅਸਲ ਵਿੱਚ ਅਸੀਂ ਜ਼ਿੰਦਗੀ ਦੀ ਰਾਤ ਇੱਥੇ ਕੱਟਣ ਆਏ ਹਾਂ, ਤੇ ਜਦੋਂ ਕਾਲ ਦਾ ਦਿਨ ਚੜ੍ਹੇਗਾ ਉਦੋਂ ਜਾਣਾ ਪੈਣਾ ਹੈ। ਤੇ ਪਰ ਜਿਹੜਾ ਇਸ ਗੱਲ ਨੂੰ ਜਾਣ ਲਵੇ ਉਹ ਬਹੁਤਾ ਜਿਹੜਾ ਹੈ ਨਾ ਉਹ ਖਲਾਰਾ ਨਹੀਂ ਵਿਖਾਰਦਾ ਜਾਂ ਬਹੁਤੇ ਪਦਾਰਥ ਇਕੱਠੇ ਨਹੀਂ ਕਰਦਾ। ਤੇ ਪੀਰ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ ਵੀ ਇੱਕ ਪਾਸੇ ਤਾਂ ਆਖਦੇ ਵੀ ਗੁਰੂ ਵੈਰਾਗ ਵਾਲਾ ਹੈ, ਉਪਦੇਸ਼ ਇਹ ਦਿੰਦਾ ਵੀ ਆਪਾਂ ਦੁਨੀਆ ਤੋਂ ਚਲੇ ਜਾਣਾ, ਦੂਜੇ ਪਾਸੇ ਗੁਰੂ ਆਪ ਹੀ ਏਡਾ ਵੱਡਾ ਸ਼ਹਿਰ ਵਸਾਉਂਦਾ ਪਿਆ। ਇਹ ਗੱਲਾਂ ਦੋਵੇਂ ਠੀਕ ਨਹੀਂ ਬੈਠਦੀਆਂ ਪਈਆਂ। ਜੇ ਦੁਨੀਆ ਛੱਡ ਕੇ ਜਾਣੀ ਹੈ ਤੇ ਫਿਰ ਇੰਨਾ ਪਸਾਰਾ ਕਿਉਂ ਪਸਾਰਨਾ ਹੈ? ਇੱਕ ਸਰੀਰ ਨਿਰਵਾਹ ਵਿਚਾਰੇ। ਤੇ ਇੱਕ ਪਾਸੇ ਤੇ ਸਰੀਰ ਦਾ ਨਿਰਵਾਹ ਕਰਨਾ ਵੀ ਸਰੀਰ ਨੂੰ ਜੋ ਕੋਈ ਚਾਹੀਦਾ ਉਹ ਮਿਲਣਾ ਚਾਹੀਦਾ ਹੈ। ਜਿਸ ਕਿਸ ਬਿਦ ਕਰ ਕਾਲ ਗੁਜ਼ਾਰੇ। ਤੇ ਜਿਵੇਂ ਕਿਵੇਂ ਕਰਕੇ ਜਿਹੜਾ ਹੈ ਉਹ ਸਮਾਂ ਬਤੀਤ ਕਰਨਾ ਚਾਹੀਦਾ। ਇੱਕ ਤੇ ਬੰਦੇ ਉਹ ਨੇ ਜਿਹੜੇ ਆਪਣੇ ਵਾਸਤੇ ਆਪਣੀਆਂ ਲੋੜਾਂ ਵਾਸਤੇ ਜਿੰਨੀ ਕੁ ਲੋੜ ਹੈ ਕੇਵਲ ਉਹਨਾਂ ਕੁ ਧਨ ਜਾਂ ਉਹਨਾਂ ਕੁ ਪਦਾਰਥ ਇਕੱਠਾ ਕਰਨਾ। ਇੱਕ ਉਹ ਲੋਕ ਨੇ ਜਿਹੜੇ ਆਪਣੇ ਤੋਂ ਕਈ ਗੁਣਾ ਵੱਧ ਇਕੱਠਾ ਕਰਦੇ ਔਰ ਚਾਹੁੰਦੇ। ਕਹਿਣ ਲੱਗਾ ਵੀ ਇਹ ਗੱਲਾਂ ਦੋ ਵੱਖੋ ਵੱਖਰੀਆਂ ਹਨ। ਉਨ ਹਿੰਦਵਨ ਕੋ ਗੁਰੂ ਕਹਾਵੇ। ਇੱਕ ਪਾਸੇ ਆਖਦਾ ਮੈਂ ਗੁਰੂ ਹਾਂ, ਹਿੰਦੂ ਲੋਕ ਇਸ ਨੂੰ ਗੁਰੂ ਕਹਿ ਕੇ ਮੱਥਾ ਟੇਕਦੇ ਹਨ। ਕਿਮ ਨਿਜ ਸਿੱਖਨ ਕੋ ਸੁਤਰਾਵੇ। ਤੇ ਇਹ ਆਪਣੇ ਸਿੱਖਾਂ ਨੂੰ ਤਾਰੇਗਾ ਕਿਵੇਂ? ਜਿਹੜਾ ਗੁਰੂ ਆਪ ਕਹਿੰਦਾ ਵੀ ਦੁਨੀਆ ਵਿੱਚੋਂ ਲੈ ਕੇ ਕੁਝ ਨਹੀਂ ਜਾਣਾ, ਉਹ ਆਪ ਸ਼ਹਿਰ ਬਣਾਉਂਦਾ ਪਿਆ। ਜਿਹੜਾ ਸਿੱਖਾਂ ਨੂੰ ਆਪ ਉਪਦੇਸ਼ ਦਿੰਦਾ ਪਿਆ ਉਹ ਆਪ ਐਡੇ ਵੱਡੇ ਪਿੰਡ ਤੇ ਘਰ ਬਣਦਾ ਪਿਆ। ਨਾ ਗੁਰੂ ਤਰੇਗਾ ਤੇ ਨਾ ਇਸ ਗੁਰੂ ਦੇ ਸਿੱਖ ਤਰਨਗੇ। ਆਪਣੇ ਸਿੱਖਾਂ ਦਾ ਇਹ ਭਲਾ ਕਿਵੇਂ ਕਰੇਗਾ? ਗੁਰੂ ਤੇ ਬਣ ਗਿਆ ਪਰ ਸਿੱਖਾਂ ਨੂੰ ਕਿਵੇਂ ਤਾਰੇਗਾ? ਇਹ ਪੀਰ ਦੇ ਮਨ ਵਿੱਚ ਸਵਾਲ ਹੈ। ਇਮਨ ਠਾਨ ਬਖਾਨਿਓ ਧੀਰ। ਕਹਿਣ ਲੱਗੇ ਵੀ ਇਸ ਤਰ੍ਹਾਂ ਮਨ ਵਿੱਚ ਜਾਣ ਕੇ ਨਾ ਵਿਚਾਰ ਕੇ ਤੇ ਇਸ ਨੇ ਫਿਰ ਆਖ ਹੀ ਦਿੱਤਾ, ਬੋਲ ਹੀ ਦਿੱਤਾ ਪੀਰ ਨੇ। ਪੀਰ ਕਹਿਣ ਲੱਗਾ ਹੈ, ਸ਼ਿਲਪੀ ਸੁਨੋ ਹੋ ਤੁਮ ਤੀਰ। ਕਹਿਣ ਲੱਗਾ ਵੀ ਐ ਮਿਸਤਰੀਓ ਸੁਣੋ, ਮੇਰੀ ਗੱਲ ਨਾ ਚੰਗੀ ਤਰ੍ਹਾਂ ਮੇਰੇ ਕੋਲ ਆ ਕੇ ਸੁਣੋ, ਕਿਉਂਕਿ ਤੁਸੀਂ ਗੁਰੂ ਦੇ ਪਾਸ ਰਹਿੰਦੇ ਹੋ, ਗੁਰੂ ਦੇ ਕੋਲ ਰਹਿੰਦੇ ਹੋ। ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਤੇ ਉਹ ਮੇਰੀ ਗੱਲ ਧਿਆਨ ਦੇ ਨਾਲ ਸੁਣਨਾ ਕਰੋ। ਗੁਰੂ ਸਮੀਪ ਜਾਇਬੋ ਜਵੈ। ਅਸਾ ਕੀ ਕਹਿਣਾ ਹੈ? ਕਹਿਣ ਲੱਗਾ ਵੀ ਮੈਂ ਇੱਕ ਤੁਹਾਨੂੰ ਸੁਨੇਹਾ ਦੇ ਕੇ ਚੱਲਿਆ ਹਾਂ। ਜਦੋਂ ਤੁਹਾਡਾ ਗੁਰੂ ਤੁਹਾਨੂੰ ਬੁਲਾਵੇ ਵੀ ਆਓ ਮਿਸਤਰੀਓ ਮਜ਼ਦੂਰੀ ਲੈ ਜਾਓ, ਜਦੋਂ ਤੁਸੀਂ ਗੁਰੂ ਦੇ ਕੋਲ ਜਾਣਾ ਹੈ, ਇਹ ਸੰਦੇਸ਼ਾ ਭਾਖਿਓ ਤਵੈ। ਮੈਂ ਇੱਕ ਸੁਨੇਹਾ ਦੇ ਕੇ ਚੱਲਿਆ ਹਾਂ ਤੇ ਮੇਰਾ ਸੁਨੇਹਾ ਗੁਰੂ ਨੂੰ ਦੇ ਦਿਓ ਜਦੋਂ ਤੁਹਾਡਾ ਗੁਰੂ ਤੁਹਾਨੂੰ ਬੁਲਾਵੇਗਾ। ਇਮ ਪਰਵਿਰਤ ਮੈਂ ਹਿਰਦਾ ਤੁਮਾਰੋ। ਸੋ ਉਹ ਗੁਰੂ ਨੂੰ ਸਵਾਲ ਕਰਿਓ ਵੀ ਤੁਹਾਡਾ ਜਿਹੜਾ ਹਿਰਦਾ ਹੈ ਇਹ ਪ੍ਰਵਿਰਤੀ ਵਿੱਚ ਕਿਵੇਂ ਪਿਆ ਹੋਇਆ, ਸੰਸਾਰ ਦੀ ਬਨੌਟ ਵਿੱਚ ਕਿਵੇਂ ਪਿਆ ਹੋਇਆ ਹੈ। ਗਣ ਸੇਵਕ ਕਿਮ ਪਾਰ ਉਤਾਰੋ। ਤੇ ਸੇਵਕਾਂ ਨੂੰ ਕਿਵੇਂ ਪਾਰ ਉਤਾਰੋਗੇ? ਤੁਸੀਂ ਤੇ ਆਪ ਘਰ ਬਣਾਉਣ ਵਿੱਚ, ਬਾਜ਼ਾਰ ਬਣਾਉਣ ਵਿੱਚ, ਸੋਹਣੀਆਂ ਸੋਹਣੀਆਂ ਥਾਵਾਂ ਬਣਾਉਣ ਵਿੱਚ ਲੱਗੇ ਹੋਏ ਹੋ, ਤੇ ਫਿਰ ਤੁਹਾਡੇ ਜਿਹੜੇ ਸੇਵਕ ਸਿੱਖ ਨੇ ਉਹਨਾਂ ਦਾ ਭਲਾ ਕਿਵੇਂ ਕਰੋਗੇ? ਉਹਨਾਂ ਨੂੰ ਮਮਤਾ ਕਿਵੇਂ ਛਡਾਓਗੇ? ਉਹਨਾਂ ਨੂੰ ਮੋਹ ਕਿਵੇਂ ਛਡਾਓਗੇ? ਮੇਰਾ ਸਵਾਲ ਹੈ ਤੇ ਚੰਗੀ ਤਰ੍ਹਾਂ ਸੁਣ ਲੈ। ਔਰ ਇਹ ਸਵਾਲ ਜਾ ਕੇ ਗੁਰੂ ਨੂੰ ਕਰਨਾ ਹੈ। ਇਹ ਪ੍ਰਸ਼ਨ ਕਰ ਉੱਤਰ ਲੀਜੋ। ਗੁਰੂ ਨੂੰ ਇਹ ਪ੍ਰਸ਼ਨ ਕਰੋ, ਸਵਾਲ ਕਰੋ, ਤੇ ਫਿਰ ਇਸ ਪ੍ਰਸ਼ਨ ਦਾ ਉੱਤਰ ਕਹਿ ਮੈਨੂੰ ਆ ਕੇ ਤੁਸੀਂ ਦੇਣਾ ਹੈ। ਇਹ ਪੀਰ ਨੇ ਇਹਨਾਂ ਮਿਸਤਰੀਆਂ ਨੂੰ ਸਵਾਲ ਕੀਤਾ ਹੈ। ਹਰ ਆਵੋ ਮੈਂ ਤਬ ਤੁਮ ਦੀਜੋ। ਮੈਂ ਹਟ ਆਵੋ, ਮੈਂ ਅੱਗੇ ਚੱਲਿਆ ਕਿਸੇ ਕੰਮ ਵਾਸਤੇ, ਜਦੋਂ ਮੈਂ ਉੱਥੋਂ ਮੁੜ ਕੇ ਆਵਾਂਗਾ ਉਦੋਂ ਮੈਂ ਸਵਾਲ ਦਾ ਜਵਾਬ ਮੰਗਾਂਗਾ ਤੇ ਤੁਸੀਂ ਮੇਰੇ ਸਵਾਲ ਦਾ ਜਵਾਬ ਦੇਣਾ ਹੈ। ਇਮ ਕਹਿ ਚਲਿਓ ਗਇਓ ਜਿਤ ਜਾਨੋ। ਕਹਿਣ ਲੱਗੇ ਵੀ ਇਹ ਪੀਰ ਸਵਾਲ ਕਰਕੇ ਜਿੱਧਰ ਕਿਤੇ ਇਹਨੇ ਕੰਮ ਜਾਣਾ ਸੀ ਉਧਰ ਚਲਾ ਗਿਆ ਹੈ। ਸ਼ਿਲਪੀ ਕਰੀ ਕਾਰ ਤੇ ਸਥਾਨਾ। ਤੇ ਕਹਿਣ ਲੱਗੇ ਵੀ ਉਹ ਜਿਹੜੇ ਮਿਸਤਰੀ ਸਨ ਉਹ ਆਪਣੀ ਮਜ਼ਦੂਰੀ ਵਾਸਤੇ ਕੰਧਾਂ ਚਿਰਨ ਵਾਲੇ ਪਾਸੇ ਜਾਂ ਆਪਣੇ ਕੰਮ ਵਿੱਚ ਲੱਗ ਗਏ ਹਨ। ਗੁਰ ਢਿਗ ਸੰਧਿਆ ਕੋਠ ਗਏ। ਜਦੋਂ ਸ਼ਾਮ ਪਈ ਤੇ ਸਤਿਗੁਰੂ ਜੀ ਹਰ ਸੰਧਿਆ ਸ਼ਾਮ ਨੂੰ ਪੈਸੇ ਦੇ ਦਿੰਦੇ ਸਨ ਵੀ ਅੱਜ ਦੀ ਦਿਹਾੜੀ ਦੇ ਪੈਸੇ ਸ਼ਾਮ ਨੂੰ ਲੈ ਜਾਓ।
ਸ਼ਾਮ ਪਈ ਹੈ ਤੇ ਜਿਹੜੇ ਮਿਸਤਰੀ ਨੇ ਗੁਰੂ ਪਾਤਸ਼ਾਹ ਦੇ ਕੋਲ ਪਹੁੰਚੇ ਆਪਣੀ ਮਜ਼ਦੂਰੀ ਲੈਣ ਵਾਸਤੇ। ਹਿਰਦੇ ਸੰਦੇਸ਼ਾ ਸਿਮਰਤ ਭਇਓ। ਤੇ ਮਨ ਵਿੱਚ ਉਹ ਸੰਦੇਸ਼ਾ ਜਿਹੜਾ ਪੀਰ ਦੇ ਕੇ ਗਿਆ ਸੀ ਵੀ ਗੁਰੂ ਨੂੰ ਪੁੱਛਿਓ ਵੀ ਪ੍ਰਵਿਰਤੀ ਦੇ ਵੱਲ ਕਿਵੇਂ ਧਿਆਨ ਲਾਇਆ ਤੇ ਸਿੱਖਾਂ ਦਾ ਭਲਾ ਕਿਵੇਂ ਕਰੋਗੇ, ਉਹ ਗੱਲ ਵੀ ਯਾਦ ਹੈ ਪੀਰ ਦੀ। ਤੇ ਮਿਸਤਰੀ ਪਹੁੰਚ ਗਏ ਹਨ। ਦਰਸਿਓ ਦਰਸ ਬੰਦਨ ਠਾਨੀ। ਸਤਿਗੁਰਾਂ ਨੂੰ ਜਾ ਕੇ ਇਹਨਾਂ ਮਿਸਤਰੀਆਂ ਨੇ ਮੱਥਾ ਟੇਕਿਆ ਤੇ ਨਮਸਕਾਰ ਕੀਤੀ ਹੈ। ਸਨਮੁਖ ਖਰੋ ਹੋਏ ਗਿਰਾ ਬਖਾਨੀ। ਸਤਿਗੁਰਾਂ ਦੇ ਸਾਹਮਣੇ ਖਲੋ ਕੇ ਤੇ ਫਿਰ ਮਿਸਤਰੀ ਨੇ ਇਸ ਤਰ੍ਹਾਂ ਬੇਨਤੀ ਕੀਤੀ। ਏਕ ਪੀਰ ਤੈ ਮਾਰਗ ਜਾਤ। ਕਹਿਣ ਲੱਗਾ ਮਹਾਰਾਜ ਇੱਕ ਬੇਨਤੀ ਕਰਨੀ ਹੈ। ਸਤਿਗੁਰੂ ਕਹਿਣ ਲੱਗੇ ਦੱਸੋ ਭਾਈ। ਤੇ ਇਹ ਮਿਸਤਰੀ ਕਹਿਣ ਲੱਗਾ ਮਹਾਰਾਜ ਜਦੋਂ ਅਸੀਂ ਮਕਾਨ ਅੱਜ ਸਵੇਰੇ ਬਣਾਉਂਦੇ ਪਏ ਸਾਂ ਨਾ, ਕੰਧਾਂ ਕਰਦੇ ਪਏ ਤੇ ਇੱਕ ਪੀਰ ਜਾਂਦਾ ਪਿਆ ਸੀ ਰਾਹ ਆਪਣੇ ਮੰਜ਼ਿਲ ਨੂੰ, ਤੇ ਸਾਨੂੰ ਕੰਮ ਕਰਦਿਆਂ ਵੇਖ ਕੇ ਉਹ ਸਾਡੇ ਕੋਲ ਆਇਆ ਹੈ। ਹਮ ਸੋ ਪੂਛ ਕਰੀ ਤਿਨ ਬਾਤ। ਤੇ ਉਸਨੇ ਸਾਡੇ ਨਾਲ ਇੱਕ ਗੱਲ ਕੀਤੀ ਹੈ, ਇੱਕ ਸਵਾਲ ਕੀਤਾ ਤੇ ਉਹ ਸਵਾਲ ਉਹਨਾਂ ਨੇ ਮੈਨੂੰ ਆਖਿਆ ਹੈ। ਇਮ ਪਰ ਬਿਰਤ ਮੈਂ ਜਬ ਗੁਰ ਹੋਵਾ। ਤੇ ਜੇ ਗੁਰੂ ਇਸ ਤਰ੍ਹਾਂ ਪ੍ਰਵਿਰਤੀ ਵਿੱਚ ਹੋਵੇ, ਭਾਵ ਕਿ ਜੇ ਗੁਰੂ ਦਾ ਧਿਆਨ ਸੰਸਾਰ ਦੇ ਕੰਮਾਂ ਵੱਲ ਹੀ ਹੋਵੇ ਵੀ ਬਾਜ਼ਾਰ ਬਣਾਉਣੇ ਨੇ, ਮਕਾਨ ਬਣਾਉਣੇ ਨੇ, ਸੋਹਣਾ ਇੱਥੇ ਸ਼ਹਿਰ ਬਣਾਉਣਾ, ਜਿਹੜਾ ਗੁਰੂ ਆਪ ਬਨਾਵਟ ਵਿੱਚ ਲੱਗਾ ਹੋਇਆ, ਆਪ ਘਰਾਂ ਬਾਰਾਂ ਦੇ ਮੂੰਹ ਵਿੱਚ ਪਿਆ ਹੋਇਆ, ਜਿਹੜਾ ਐਸਾ ਗੁਰੂ ਹੈ ਕਿਮ ਤਰਬੋ ਸਿੱਖਿਆਨ ਕੋ ਜੋਵਾ। ਤੇ ਉਹ ਸਿੱਖਾਂ ਨੂੰ ਕਿਵੇਂ ਤਾਰੇਗਾ? ਜਿਹੜਾ ਆਪ ਸੰਸਾਰ ਦੇ ਪਦਾਰਥਾਂ ਵਿੱਚ ਲੱਗਾ, ਬਨਾਵਟ ਵਿੱਚ ਲੱਗਾ, ਉਹ ਸਿੱਖਾਂ ਨੂੰ ਉਪਦੇਸ਼ ਕੀ ਦੇਵੇਗਾ ਤੇ ਤਾਰੇਗਾ ਕਿਵੇਂ? ਮਹਾਰਾਜ ਪੀਰ ਦਾ ਸਵਾਲ ਹੈ। ਸਾਨੂੰ ਉਹ ਕਹਿ ਕੇ ਗਿਆ ਤੇ ਕਹਿਣ ਲੱਗਾ ਮੈਂ ਅੱਗੇ ਚੱਲਿਆ ਤੇ ਸ਼ਾਮ ਨੂੰ ਵਾਪਸ, ਕੱਲ੍ਹ ਨੂੰ ਵਾਪਸ ਮੁੜਾਂਗਾ ਤੇ ਮੈਂ ਜਵਾਬ ਤੁਹਾਡੇ ਕੋਲੋਂ ਮੰਗਾਂਗਾ। ਤੇ ਪਾਤਸ਼ਾਹ ਜੀ ਇਹ ਉਹਦਾ ਸਵਾਲ ਹੈ ਵੀ ਜੇ ਤੁਸੀਂ ਆਪ ਘਰ ਬਣਾਉਣ ਦੇ ਵਿੱਚ, ਸ਼ਹਿਰ ਬਣਾਉਣ ਦੇ ਵਿੱਚ ਇੰਨੇ ਮਸਰੂਫ ਹੋ ਗਏ ਹੋ, ਇੰਨੇ ਵਿੱਚ ਲੱਗ ਗਏ ਹੋ, ਧਿਆਨ ਤੁਹਾਡਾ ਇੱਧਰ ਨੂੰ ਲੱਗ ਗਿਆ, ਤੇ ਸਿੱਖਾਂ ਦਾ ਭਲਾ ਕਿਵੇਂ ਹੋਵੇਗਾ? ਮਹਾਰਾਜ ਇਹ ਉਸ ਦਾ ਸਵਾਲ ਹੈ। ਇਸ ਕੋ ਉੱਤਰ ਗੁਰ ਤੇ ਲੀਜੋ। ਤੇ ਉਸਨੇ ਆਖਿਆ ਵੀ ਇਹਦਾ ਉੱਤਰ ਗੁਰੂ ਦੇ ਕੋਲੋਂ ਲੈਣਾ ਹੈ। ਹਟ ਹਮ ਆਵੇ ਤਬ ਤੁਮ ਦੀਜੋ। ਤੇ ਉਹ ਪੀਰ ਇਹ ਗੱਲ ਕਹਿ ਕੇ ਗਿਆ ਵੀ ਕੱਲ ਨੂੰ ਮੈਂ ਵਾਪਸ ਆਵਾਂਗਾ ਤੇ ਮਿਸਤਰੀਓ ਤੁਹਾਡੇ ਕੋਲੋਂ ਇਸ ਗੱਲ ਦਾ ਮੈਂ ਜਵਾਬ ਲੈਣਾ, ਤੁਸੀਂ ਮੈਨੂੰ ਉੱਤਰ ਦੇਣਾ ਕਰੋ। ਜਿਉ ਰਾਵਰ ਕੀ ਹੋਏ ਰਜਾਏ। ਸਤਿਗੁਰੂ ਹੁਣ ਤੁਹਾਡਾ ਉੱਤਰ ਕੀ ਹੈ, ਕਿਰਪਾ ਕਰਕੇ ਸਾਨੂੰ ਦੱਸ ਦਿਓ। ਮਿਸਤਰੀ ਕਹਿਣ ਲੱਗਾ ਮਹਾਰਾਜ ਮੈਨੂੰ ਦੱਸ ਦਿਓ ਵੀ ਸਵਾਲ ਦਾ ਜਵਾਬ ਕੀ ਹੈ, ਜਿਵੇਂ ਤੁਹਾਡੀ ਆਗਿਆ ਹੋਵੇਗੀ। ਕਿਉਂ ਆਬਦ ਕੋ ਕਹੇ ਬਣਾਏ। ਉਹਨੇ ਵਾਪਸ ਆਉਣਾ ਕੱਲ ਨੂੰ ਤੇ ਸਾਡੇ ਕੋਲੋਂ ਫਿਰ ਉਹਨੇ ਲੰਘਣਾ ਹੈ ਤੇ ਅਸੀਂ ਤੁਹਾਡਾ ਜਿਹੜਾ ਜਵਾਬ ਹੋਵੇਗਾ ਸਿੱਧਾ ਉਸ ਮਿਸਤਰੀ ਦੇ। ਮਿਸਤਰੀ ਕਹਿਣ ਲੱਗਾ ਵੀ ਸਿੱਧਾ ਉਸ ਪੀਰ ਨੂੰ ਅਸੀਂ ਦੇ ਦਿਆਂਗੇ ਵੀ ਜਿਹੜਾ ਗੁਰੂ ਆਪ ਲੱਗਾ ਹੋਇਆ ਘਰ-ਬਾਰ ਬਣਾਉਣ ਦੇ ਵਿੱਚ, ਸਿੱਖਾਂ ਦਾ ਭਲਾ ਕਿਵੇਂ ਕਰੇਗਾ? ਮਹਾਰਾਜ ਇਸ ਗੱਲ ਦਾ ਜਵਾਬ ਦਿਓ। ਜਦੋਂ ਪੀਰ ਕੱਲ ਨੂੰ ਮੁੜੇਗਾ ਤੇ ਅਸੀਂ ਉਹਨੂੰ ਤੁਹਾਡਾ ਉੱਤਰ ਦੇ ਦਿਆਂਗੇ। ਸੁਨ ਤਿਨ ਤੇ ਸ੍ਰੀ ਗੁਰ ਮੁਸਕਾਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਸਵਾਲ ਸੁਣਿਆ ਤੇ ਮਹਾਰਾਜ ਮੁਸਕਰਾਏ, ਆਪਣੇ ਮੁਖ ਤੋਂ ਥੋੜਾ ਹੱਸੇ ਹਨ। ਕਹਿਓ ਤਵਹਿ ਇਮ ਕਰੋ ਬਖਾਨੇ। ਮਹਾਰਾਜ ਕਹਿਣ ਲੱਗੇ ਭਾਈ ਜੇ ਉਹਨੇ ਇਹ ਸਵਾਲ ਕੀਤਾ ਨਾ ਤੇ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਜੋ ਅਸੀਂ ਕਹਿਣ ਲੱਗੇ ਹਾਂ, ਤੁਸੀਂ ਇਸੇ ਤਰ੍ਹਾਂ ਉਸ ਪੀਰ ਨੂੰ ਆਖਿਓ। ਮਹਾਰਾਜ ਕੀ ਕਹਿਣ ਲੱਗੇ ਹਨ? ਹਮਰੇ ਸਾਥ ਚਲੋ ਗੁਰ ਪਾਸ। ਉਸ ਪੀਰ ਨੂੰ ਆਖਿਓ ਵੀ ਪੀਰ ਜੀ ਇਦਾਂ ਨਹੀਂ ਗੱਲ ਬਣਨੀ ਹੈ ਵੀ ਰਾਹ ਜਾਂਦਿਆਂ ਸਵਾਲ ਕਰ ਜਾਈਏ ਤੇ ਰਾਹ ਆਉਂਦਿਆਂ ਸਵਾਲ ਦਾ ਜਵਾਬ ਲੈ ਜਾਈਏ, ਇਦਾਂ ਗੱਲ ਨਹੀਂ ਬਣਨੀ ਹੈ। ਤੇ ਉਸ ਪੀਰ ਨੂੰ ਆਖਿਓ ਵੀ ਤੁਹਾਡੇ ਨਾਲ ਇੱਥੇ ਸਾਡੇ ਕੋਲ ਆਵੇ ਤੇ ਉਸ ਨੂੰ ਸਾਡੇ ਕੋਲ ਲੈ ਕੇ ਆਉਣਾ ਕਰੋ। ਜਿਮ ਪੁੱਛੋ ਤਿਮ ਕਰੋ ਪ੍ਰਕਾਸ਼। ਤੇ ਜਿਵੇਂ ਸਾਨੂੰ ਉਹ ਪੁੱਛੇਗਾ ਨਾ ਆਪ ਆ ਕੇ ਤੇ ਫਿਰ ਉਸ ਮੁਤਾਬਕ ਅਸੀਂ ਜਵਾਬ ਦੇਵਾਂਗੇ, ਕਿਉਂਕਿ ਪੀਰ ਦੀ ਬਿਰਤੀ ਹੋਰ ਹੈ, ਪੀਰ ਦੀ ਮੱਤ ਹੋਰ ਹੈ, ਪੀਰ ਦਾ ਗਿਆਨ ਵਿਚਾਰ ਕੁਝ ਹੋਰ ਹੈ, ਮਿਸਤਰੀ ਵਿਚਾਰੇ ਦਾ ਹੋਰ ਹੈ। ਜੇ ਮਹਾਰਾਜ ਜਵਾਬ ਦੇ ਵੀ ਦਿੰਦੇ ਤੇ ਮਿਸਤਰੀ ਨੂੰ ਉਹਨਾਂ ਗਿਆਨ ਕਿੱਥੇ ਹੈ, ਜਾਂ ਉਹਨਾਂ ਉੱਤਰ ਉਹ ਦੇ ਨਹੀਂ ਸੀ ਸਕਦਾ ਜਿਹੜਾ ਸਿੱਧਾ ਮਹਾਰਾਜ ਨੇ ਉਸ ਪੀਰ ਨੂੰ ਦੇ ਦੇਣਾ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਉਸ ਪੀਰ ਨੂੰ ਆਖਿਓ ਵੀ ਸਾਡੇ ਕੋਲ ਸਿੱਧਾ ਇੱਥੇ ਆਵੇ ਤੇ ਫਿਰ ਜਵਾਬ ਦੇਵਾਂਗੇ। ਉੱਤਰ ਚੈਤ ਰੂਬਰੋ ਦੀਏ। ਤੇ ਜੇ ਉੱਤਰ ਚਾਹੀਦਾ ਤੇ ਫਿਰ ਆਮਣੇ ਸਾਹਮਣੇ ਬਹਿਣਾ ਪਵੇਗਾ, ਸਾਡੇ ਸਾਹਮਣੇ ਆ ਕੇ ਬਵੇ ਤੇ ਜਦੋਂ ਰੂਬਰੂ ਹੋਵੇਗਾ ਸਾਡੇ ਸਾਹਮਣੇ ਬੈਠੇਗਾ ਤੇ ਫਿਰ ਅਸੀਂ ਉਹਦੇ ਸਵਾਲ ਦਾ ਜਵਾਬ ਦੇਵਾਂਗੇ। ਕਹੇ ਆਵੋ ਤਹ ਸੰਗ ਲੀਏ। ਇਸ ਤਰ੍ਹਾਂ ਉਹਨੂੰ ਕਹਿ ਕੇ ਤੇ ਨਾਲ ਲੈ ਕੇ ਆਇਓ ਸਾਡੇ ਕੋਲ ਤੇ ਫਿਰ ਇੱਥੇ ਜਦੋਂ ਤੁਸੀਂ ਆਓਗੇ ਸਾਡੇ ਕੋਲ। ਸੁਣ ਸ਼ਿਲਪੀ ਸੋਰੈਨ ਗੁਜ਼ਾਰੀ। ਸੁਣ ਕੇ ਉਹ ਮਿਸਤਰੀ ਕਹਿਣ ਲੱਗੇ ਠੀਕ ਹੈ ਮਹਾਰਾਜ ਅਸੀਂ ਕੀ ਲੈਣਾ ਇਹਦੇ 'ਚ, ਜਦੋਂ ਪੀਰ ਆਵੇਗਾ ਜਵਾਬ ਸਾਡੇ ਕੋਲ ਮੰਗੇਗਾ ਤੇ ਅਸੀਂ ਉਹਦੀ ਬਾਂਹ ਫੜਾਂਗੇ ਤੇ ਤੁਹਾਡੇ ਕੋਲ ਲੈ ਆਵਾਂਗੇ। ਕਹਿੰਦੇ ਇਸ ਤਰ੍ਹਾਂ ਮਿਸਤਰੀਆਂ ਨੇ ਰਾਤ ਬਤੀਤ ਕੀਤੀ ਹੈ। ਭਈ ਪ੍ਰਾਤ ਲੱਗ ਕਰਨ ਉਸਾਰੀ। ਤੇ ਜਦੋਂ ਦਿਨ ਚੜਿਆ ਤੇ ਫਿਰ ਇਹਨਾਂ ਨੇ ਆਪਣੀਆਂ ਕਾਂਡੀਆਂ ਫੜ ਲਈਆਂ, ਤੇਸੀਆਂ ਫੜ ਲਈਆਂ ਤੇ ਲੱਗ ਪਿਆ ਕੰਧਾਂ ਬਣਾਉਣ ਵਾਸਤੇ। ਕਰੈ ਪ੍ਰਤੀਖਣ ਦੇਖਣ ਪੀਰ। ਤੇ ਇਹ ਜਿਹੜੇ ਮਿਸਤਰੀ ਨੇ ਵਾਰ-ਵਾਰ ਉਧਰ ਨੂੰ ਵੇਖਦੇ ਜਿੱਧਰੋਂ ਪੀਰ ਨੇ ਆਉਣਾ ਸੀ ਵੀ ਹਾਲੇ ਆਇਆ ਨਹੀਂ, 10 ਵੱਜ ਗਏ, 11 ਵੱਜ ਗਏ, 12 ਵੱਜ ਗਏ, ਆਉਂਦਾ ਨਹੀਂ ਪਿਆ। ਆਵੇ ਤੇ ਇਹਨੂੰ ਗੁਰੂ ਕੋਲ ਲੈ ਕੇ ਚੱਲੀਏ, ਇਹਨੂੰ ਪਤਾ ਲੱਗੇ ਵੀ ਸਵਾਲ ਕਿਵੇਂ ਕਰੀਦਾ, ਨਾਲੇ ਸਾਨੂੰ ਵੀ ਜਵਾਬ ਸੁਣ ਲਵਾਂਗੇ, ਸਾਨੂੰ ਵੀ ਪਤਾ ਲੱਗ ਜਾਏਗਾ।
ਕਹਿਣ ਲੱਗੇ ਮਿਸਤਰੀ ਵਾਰ-ਵਾਰ ਝਾਕਦੇ ਉਸ ਰਸਤੇ ਵੱਲ ਜਿੱਧਰੋਂ ਪੀਰ ਨੇ ਆਉਣਾ ਹੈ। लेकर चल संग गुर तीर। ਤੇ ਇਹ ਸਾਰੇ ਜਾਣੇ ਤਿਆਰ ਨੇ ਵੀ ਕਦੋਂ ਪੀਰ ਆਵੇ ਤੇ ਇਹਨੂੰ ਫੜੀਏ ਤੇ ਗੁਰੂ ਦੇ ਕੋਲ ਲੈ ਕੇ ਚੱਲੀਏ। इतने में आयो चल सोए। ਕਹਿੰਦੇ ਵੀ ਅਜੇ ਵੇਖਦੇ ਹੀ ਪਏ ਸਨ, ਦੁਪਹਿਰਾ ਜਾ ਅਜੇ ਹੁੰਦਾ ਹੀ ਪਿਆ ਸੀ ਤੇ ਇਹਨੇ ਚਿਰ ਨੂੰ ਉਹ ਪੀਰ ਉਧਰੋਂ ਤੁਰਿਆ ਆਵੇ ਜਿੱਧਰ ਨੂੰ ਗਿਆ ਸੀ। ਤੇ ਕਹਿਣ ਲੱਗੇ ਉਹ ਜਿਹੜਾ ਪੀਰ ਹੈ ਉਸ ਨੂੰ ਆਉਂਦੇ ਨੂੰ ਵੇਖ ਕੇ मेरे परस्पर हरकत होए। ਤੇ ਹੁਣ ਪੀਰ ਨੂੰ ਇਹ ਨਹੀਂ ਸੀ ਪਤਾ ਵੀ ਅੱਗੋਂ ਮੈਨੂੰ ਕੀ ਜਵਾਬ ਮਿਲਣਾ। ਪੀਰ ਇਹਨਾਂ ਮਿਸਤਰੀਆਂ ਦੇ ਕੋਲ ਆ ਗਿਆ ਤੇ ਆ ਕੇ ਕਹਿਣ ਲੱਗਾ ਵੀ ਕੱਲ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀਗਾ ਤੇ ਉਹ ਸਵਾਲ ਦਾ ਜਵਾਬ ਕੀ ਆ ਉਹ ਮੈਨੂੰ ਪ੍ਰਾਪਤ ਨਹੀਂ ਹੋਇਆ ਹੈ। ਇਹ ਜਿਹੜੇ ਮਿਸਤਰੀ ਨੇ ਬੜੇ ਖੁਸ਼ ਹੋ ਕੇ ਪੀਰ ਨੂੰ ਅੱਗੋਂ ਮਿਲੇ ਤੇ ਕਹਿਣ ਲੱਗੇ ਫਿਰ बूझो होए संदेशा देहो। ਤੇ ਉਸ ਵੇਲੇ ਪੀਰ ਨੇ ਸਵਾਲ ਕੀਤਾ, ਕਹਿੰਦਾ ਜੀ ਕੱਲ ਮੈਂ ਇੱਕ ਸਵਾਲ ਪੁੱਛ ਕੇ ਗਿਆ ਸਾਂ ਵੀ ਜਿਹੜਾ ਗੁਰੂ ਆਪ ਘਰ ਬਣਾਉਣ ਦੇ ਵਿੱਚ ਬਾਜ਼ਾਰ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਉਹ ਸਿੱਖਾਂ ਦਾ ਭਲਾ ਕਿਵੇਂ ਕਰੇਗਾ ਤੇ ਉਸ ਸਵਾਲ ਦਾ ਮੈਨੂੰ ਜਵਾਬ ਦਿਓ ਵੀ ਤੁਹਾਡੇ ਗੁਰੂ ਨੇ ਕੀ ਆਖਿਆ ਹੈ। गुर सो कहो के नाही ਉਹ एहो। ਮੇਰਾ ਸਵਾਲ ਤੁਸੀਂ ਗੁਰੂ ਨੂੰ ਜਾ ਕੇ ਦੱਸਿਆ ਹੈ ਕਿ ਨਹੀਂ ਦੱਸਿਆ, ਇਸ ਗੱਲ ਦਾ ਮੈਨੂੰ ਉੱਤਰ ਦੇਣਾ ਕਰੋ। शिल्पी साध सुध ਤੇ सुबताई। ਉਸ ਵੇਲੇ ਜਿਹੜਾ ਸ਼ਿਲਪੀ ਸੀ ਨਾ ਮਿਸਤਰੀ ਉਹ ਕਹਿਣ ਲੱਗਾ ਵੀ ਭਾਈ ਤੇਰਾ ਸੁਨੇਹਾ ਅਸੀਂ ਗੁਰੂ ਨੂੰ ਦਿੱਤਾ ਸੀ ਪਰ ਗੁਰੂ ਨੇ ਅੱਗੋਂ ਜੋ ਜਵਾਬ ਦਿੱਤਾ ਉਹ ਤੈਨੂੰ ਅਸੀਂ ਦੱਸ ਦਿੰਦੇ ਹਾਂ। ਉਹ ਸਾਰੀ ਗੱਲਬਾਤ ਦੱਸਣ ਲੱਗਾ ਹੈ। हुक्म पे होले दर्शन पाई। ਤੇ ਉਹ ਮਿਸਤਰੀ ਕਹਿਣ ਲੱਗਾ ਵੀ ਮਹਾਰਾਜ ਦਾ ਹੁਕਮ ਇਹ ਆ ਵੀ ਇਦਾਂ ਅਸੀਂ ਕਦੇ ਸਵਾਲ ਦਾ ਜਵਾਬ ਨਹੀਂ ਦਿੰਦੇ। ਜੇ ਸਵਾਲ ਦਾ ਜਵਾਬ ਲੈਣਾ ਤੇ ਸਾਡੇ ਕੋਲ ਆ, ਨਾਲੇ ਤੇ ਦਰਸ਼ਨ ਕਰ, ਨਾਲੇ ਸੰਗਤ ਵਿੱਚ ਬੈਠ ਤੇ ਫਿਰ ਅਸੀਂ ਤੇਰੇ ਸਵਾਲ ਦਾ ਜਵਾਬ ਦੇਵਾਂਗੇ। ਇਸ ਕਰਕੇ ਜੇ ਜਵਾਬ ਚਾਹਣਾ ਤੇ ਚੱਲ ਮੈਂ ਤੈਨੂੰ ਨਾਲ ਲੈ ਕੇ ਚੱਲਦਾ ਤੇ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਚੱਲੀਏ। सुनत पीर ने हृदय विचारा। ਸੁਣ ਕੇ ਜਦੋਂ ਪੀਰ ਨੇ ਇਹ ਗੱਲ ਸੁਣੀ ਨਾ ਵੀ ਮਹਾਰਾਜ ਨੇ ਉੱਤਰ ਨਹੀਂ ਦਿੱਤਾ, ਸਤਿਗੁਰੂ ਕਹਿੰਦੇ ਵੀ ਸਾਡੇ ਕੋਲ ਆ ਤੇ ਫਿਰ ਅਸੀਂ ਉੱਤਰ ਦਿਆਂਗੇ। ਇਹ ਗੱਲ ਸੁਣ ਕੇ ਤੇ ਪੀਰ ਜਿਹੜਾ ਨਾ ਆਪਣੇ ਮਨ ਵਿੱਚ ਸੋਚਣ ਲੱਗਾ ਹੈ। उत्तर उचरा कौन प्रकारा। ਕਹਿਣ ਲੱਗਾ ਵੀ ਪਤਾ ਨਹੀਂ ਹੁਣ ਕੀ ਉੱਤਰ ਦੇਣਗੇ, ਕਿਤੇ ਜਾਂਦਿਆਂ ਲੰਮੇ ਹੀ ਨਾ ਪਾ ਲੈਣ ਵੀ ਤੇਰੇ ਸਵਾਲ ਨੂੰ ਅਸੀਂ ਚੰਗੀ ਤਰ੍ਹਾਂ ਹੱਲ ਕਰ ਦਿੰਦੇ ਆ। ਪਤਾ ਨਹੀਂ ਮੈਨੂੰ ਜਵਾਬ ਦੇਣਗੇ ਕਿ ਕੋਈ ਸਜ਼ਾ ਦੇਣਗੇ। ਜਵਾਬ ਦੇਣਗੇ ਤੇ ਕਿਸ ਤਰ੍ਹਾਂ ਦਾ ਦੇਣਗੇ, ਨਹੀਂ ਦੇਣਗੇ ਤੇ ਉਹ ਵੀ ਉਹਨਾਂ ਦੀ ਮਰਜ਼ੀ ਹੈ। ਮਨ ਵਿੱਚ ਸੋਚਦਾ ਹੈ। चाहे सुनियो मिलने बने आवे। ਤੇ ਫਿਰ ਮਨ ਨੇ ਆਖਿਆ ਵੀ ਇੱਕ ਵਾਰੀ ਜਾਣਾ ਚਾਹੀਦਾ, ਗੁਰੂ ਨੂੰ ਜਾ ਕੇ ਵੇਖਾਂ, ਗੁਰੂ ਦੀ ਗੱਲ ਸੁਣਾ, ਜੇ ਠੀਕ ਲੱਗੇਗੀ ਤੇ ਮੰਨ ਲਵਾਂਗਾ, ਨਾ ਠੀਕ ਲੱਗੇਗੀ ਤੇ ਗੁਰੂ ਆਪਣੇ ਘਰੇ ਮੈਂ ਆਪਣੇ ਘਰੇ ਆ ਹੀ ਜਾਣਾ। ਪਰ ਜਿਹੜਾ ਮੈਂ ਸਵਾਲ ਕਰਦਾ ਹਾਂ ਵੀ ਜਿਹੜਾ ਗੁਰੂ ਆਪ ਸ਼ਹਿਰ ਪਿੰਡ ਬਣਾਉਣ ਵਿੱਚ ਲੱਗਾ ਹੋਇਆ, ਘਰ ਬਣਾਉਣ ਵਿੱਚ, ਬਾਜ਼ਾਰ ਬਣਾਉਣ ਵਿੱਚ ਲੱਗਾ ਹੈ, ਉਹ ਗੁਰੂ ਸਿੱਖਾਂ ਦਾ ਭਲਾ ਤੇ ਮੁਕਤੀ ਕਿਵੇਂ ਕਰੇਗਾ? ਇੱਕ ਵਾਰੀ ਗੁਰੂ ਨੂੰ ਜਾ ਕੇ ਮਿਲਣਾ ਚਾਹੀਦਾ ਹੈ। सिफत खुदाए पंथ बिदतावे। ਤੇ ਇਹ ਗੁਰੂ ਦਾ ਜਿਹੜਾ ਖੁਦਾ ਦਾ ਪੰਥ ਹੈ ਦੱਸਦੇ ਵੀ ਸਾਡੇ ਕੋਲ ਬੜਾ ਰਸਤਾ ਖੁਦਾ ਦੇ ਘਰ ਨੂੰ ਜਾਣ ਵਾਲਾ। होए गुफ्तगो की ਤੇ अह। ਚਲੋ ਸਾਧੂਆਂ ਦੇ ਨਾਲ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਗੱਲਬਾਤ ਕਰਾਂਗੇ ਤੇ ਉਹਦੇ ਵਿੱਚੋਂ ਕੁਝ ਨਾ ਕੁਝ ਪ੍ਰਾਪਤ ਹੋਵੇਗਾ। महापुरख संगत सुख लह। ਕਿਉਂਕਿ ਮਹਾਂਪੁਰਖਾਂ ਦੀ ਸੰਗਤ ਦਾ ਸੁਖ ਹੀ ਮਿਲਦਾ। ਇਹ ਸਾਰੇ ਮਤਾਂ ਦੇ ਗ੍ਰੰਥ ਜਿਹੜੇ ਨੇ ਨਾ, ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਵੀ ਸਾਧੂ ਦੇ ਨਾਲ ਮਿਲਿਆ ਘਾਟਾ ਨਹੀਂ ਪੈਂਦਾ, ਸਗੋਂ ਨਫਾ ਹੀ ਹੁੰਦਾ ਹੈ, ਸਗੋਂ ਲਾਭ ਹੀ ਹੁੰਦਾ ਹੈ। ਸੋ ਇਹ ਪੀਰ ਵੀ ਸੋਚਦਾ ਪਿਆ ਵੀ ਹੈ ਤੇ ਰੱਬ ਦਾ ਰਾਹ ਦੱਸਣ ਵਾਲੇ ਨੇ ਗੁਰੂ, ਤੇ ਚਲੋ ਕੋਈ ਗੱਲ ਨਹੀਂ, ਕੁਝ ਨਾ ਕੋਈ ਤੇ ਜਵਾਬ ਦੇਣਗੇ ਤੇ ਸੁਣਾਂਗਾ ਤੇ ਮੇਰਾ ਭਲਾ ਹੋ ਜਾਏਗਾ। ये विचारत गमन्यो साथ। ਕਹਿਣ ਲੱਗੇ ਵੀ ਪੀਰ ਨੇ ਮਨ ਵਿੱਚ ਸੋਚਿਆ ਵੀ ਕੋਈ ਗੱਲ ਨਹੀਂ, ਗੁਰੂ ਦਾ ਜਵਾਬ ਸੁਣਨਾ ਚਾਹੀਦਾ, ਦਰਸ਼ਨ ਕਰਾਂਗਾ। ਤੇ ਇਹ ਸੋਚ ਕੇ ਤੇ ਚੱਲ ਪਿਆ, ਮਿਸਤਰੀ ਨੂੰ ਨਾਲ ਲੈ ਕੇ ਤੇ ਮਿਸਤਰੀ ਚੱਲ ਪਿਆ ਉਸ ਰਾਹ ਤੇ ਜਿਸ ਪਾਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ, ਨਾਲ ਲੈ ਕੇ ਚੱਲਿਆ ਹੈ। जेह ठाम बैठे गुरु जगन्नाथ। ਜਿੱਥੇ ਜਗਤ ਦੇ ਮਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ ਹੋਏ ਸਨ। झुक्यो सलाम कीन भाखरो। ਤੇ ਕਹਿਣ ਲੱਗੇ, ਮਿਸਤਰੀ ਨੇ ਆ ਕੇ ਮੱਥਾ ਟੇਕਿਆ ਮਹਾਰਾਜ ਨੂੰ ਤੇ ਪੀਰ ਨੇ ਵੀ ਸਤਿਗੁਰਾਂ ਨੂੰ ਸਿਰ ਝੁਕਾ ਕੇ ਨਮਸਕਾਰ ਕੀਤੀ ਹੈ। खरो भाए अंतर उर भरो। ਤੇ ਕਹਿਣ ਲੱਗੇ ਵੀ ਖਲੋ ਗਿਆ ਸਤਿਗੁਰਾਂ ਦੇ ਸਾਹਮਣੇ, ਪਰ ਅੰਦਰ ਜਿਹੜਾ ਹੈ ਨਾ ਉਹ ਉਸ ਵੇਲੇ ਕਹਿਣ ਲੱਗੇ ਪ੍ਰੇਮ ਵਧਿਆ ਹੈ। आए सपाए असीन्यो पीर। ਤੇ ਕਹਿਣ ਲੱਗੇ ਵੀ ਉਸ ਵੇਲੇ ਸਤਿਗੁਰਾਂ ਦੀ ਆਗਿਆ ਪਾ ਕੇ ਮਹਾਰਾਜ ਕਹਿੰਦੇ ਬੈਠ ਜਾਓ ਪੀਰ ਜੀ, ਆ ਗਏ ਉਹ ਚੱਲ ਕੇ, ਜੇ ਕੁਝ ਸਾਡੇ ਕੋਲੋਂ ਪੁੱਛਣਾ, ਕੁਝ ਦੱਸਣਾ, ਕੁਝ ਕਹਿਣਾ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਬੈਠ ਜਾਓ ਸਾਹਮਣੇ। ਮਹਾਰਾਜ ਦੀ ਆਗਿਆ ਪਾ ਕੇ, ਹੁਕਮ ਪਾ ਕੇ ਕਹਿਣ ਲੱਗੇ, ਪੀਰ ਉਸ ਵੇਲੇ ਬੈਠ ਗਿਆ ਹੈ। बूझन कीनस गुरु अहीर। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਗੁਰੂ ਗਹੀਰ, ਜਿਹੜੇ ਗਹੀਰ ਡੂੰਘੇ ਸਿਧਾਂਤ ਵਾਲੇ ਗੁਰੂ ਪਾਤਸ਼ਾਹ ਨੇ, ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਕੋਲੋਂ ਹੁਣ ਪੀਰ ਸਵਾਲ ਕਰਨ ਲੱਗਾ ਤੇ ਸਵਾਲ ਦਾ ਜਵਾਬ ਚਾਹੁੰਦਾ ਹੈ। कौन अहो तुम कहाँ बसंतो। ਕਹਿਣ ਲੱਗਾ ਵੀ ਮਹਾਰਾਜ ਸਾਹਿਬ ਜੀਓ, ਤੁਸੀਂ ਕੌਣ ਹੋ ਤੇ ਕਿੱਥੇ ਵਾਸਾ ਕਰਦੇ ਹੋ? क्या पूछत हो कहो मतंतो। ਤੇ ਉਸ ਵੇਲੇ
ਕਿਆ ਪੁੱਛੋ, ਤੁਸੀਂ ਕੀ ਪੁੱਛਦੇ ਹੋ ਤੇ ਤੁਹਾਡਾ ਵਿਚਾਰ ਕੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਪੁੱਛਦੇ ਪਏ। ਮਹਾਰਾਜ ਨੇ ਸਵਾਲ ਕੀਤਾ, ਕਹਿਣ ਲੱਗੇ ਪੀਰ ਜੀ ਕੌਣ ਆਹੋ, ਤੁਸੀਂ ਕੌਣ ਹੋ ਅਤੇ ਇਸੇ ਤਰ੍ਹਾਂ ਤੁਮ ਕਹਾਂ ਬਸੰਤੋ, ਤੁਸੀਂ ਵਸਦੇ ਕਿੱਥੇ ਹੋ। ਪਹਿਲਾਂ ਤੇ ਆਪਣਾ ਨਾਮ ਦੱਸੋ, ਫਿਰ ਆਪਣਾ ਟਿਕਾਣਾ ਦੱਸੋ ਜਿੱਥੇ ਰਹਿੰਦੇ ਹੋ, ਅਤੇ ਕਿਆ ਪੁੱਛਤ ਹੋ, ਕੀ ਸਵਾਲ ਕੀ ਲੈ ਕੇ ਆਏ ਜੇ ਜਿਹੜਾ ਸਾਡੇ ਕੋਲੋਂ ਪੁੱਛਣਾ ਹੈ, ਅਤੇ ਕਹਾਂ ਮਤੰਤੋ, ਤੁਹਾਡਾ ਆਪਣਾ ਕੀ ਸਿਧਾਂਤ ਹੈ, ਆਪਣੀ ਕੀ ਵਿਚਾਰ ਹੈ, ਇਹ ਸਾਨੂੰ ਦੱਸੋ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਤਰ੍ਹਾਂ ਆਖਿਆ ਹੈ। ਭਨਿਓ ਪੀਰ ਨੇ ਸੈਯਦ ਮੈਂ ਹੋ। ਤੇ ਪੀਰ ਨੇ ਸੁਣਿਆ ਸਵਾਲ ਦਾ ਜਵਾਬ, ਤੇ ਪਹਿਲਾ ਸਵਾਲ ਇਹ ਸੀ ਵੀ ਮਹਾਰਾਜ ਜੀਆਂ ਦਾ ਵੀ ਕੌਣ ਆਹੋ, ਵੀ ਤੂੰ ਕੌਣ ਹੈ। ਤੇ ਪੀਰ ਨੇ ਜਵਾਬ ਦਿੱਤਾ, ਮਹਾਰਾਜ ਮੈਂ ਸੈਯਦ ਜਾਤੀ ਦਾ ਪੀਰ ਹਾਂ। ਇਹ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਹੈ। ਰੋਪੜ ਨਗਰੀ ਵਿਖੇ ਬੱਸਾ ਤੇ ਹੋ। ਦੂਜਾ ਸਵਾਲ ਸੀ ਮਹਾਰਾਜ ਦਾ, ਤੂੰ ਰਹਿੰਦਾ ਕਿੱਥੇ ਆ। ਕਹਿਣ ਲੱਗਾ ਵੀ ਰੋਪੜ ਨਾਮ ਦਾ ਇੱਕ ਪਿੰਡ ਹੈ ਤੇ ਉਸ ਪਿੰਡ ਦੇ ਵਿੱਚ ਮੇਰਾ ਨਿਵਾਸ ਹੈ, ਮੈਂ ਰੋਪੜ ਦੇ ਰਹਿਣ ਵਾਲਾ ਹਾਂ। ਹਮਰੇ ਹੁਤੇ ਮੁਰੀਦ ਅਗਾਰੀ। ਤੇ ਮਹਾਰਾਜ ਨੇ ਪੁੱਛਿਆ ਵੀ ਤੂੰ ਕਿੱਥੇ ਗਿਆ ਸੀ, ਤੇ ਕਹਿਣ ਲੱਗਾ ਜੀ ਮੇਰੇ ਅੱਗੇ ਚੇਲੇ ਸੇਵਕ ਰਹਿੰਦੇ ਨੇ ਤੇ ਮੈਂ ਉਹਨਾਂ ਦੇ ਕੋਲ ਗਿਆ ਹਾਂ। ਤਿੰਨ ਢਿਗ ਜਾਨ ਹੇਤ ਉਰ ਧਾਰੀ। ਤੇ ਮੇਰੇ ਮਨ ਦੀ ਇੱਛਾ ਸੀ ਵੀ ਮੈਂ ਆਪਣੇ ਮੁਰੀਦਾਂ ਦੇ ਕੋਲ ਜਾਵਾਂ, ਚੇਲਿਆਂ ਦੇ ਕੋਲ ਜਾਵਾਂ, ਤੇ ਮੈਂ ਐਸੇ ਰਸਤੇ ਲੰਘ ਕੇ ਗਿਆ ਤੇ ਇਸੇ ਰਸਤੇ ਵਾਪਸ ਆਇਆ। ਮਹਾਰਾਜ ਦੇ ਜਿਹੜੇ ਸਵਾਲ ਸੀ ਪੀਰ ਨੇ ਉਹਨਾਂ ਦਾ ਠੀਕ ਠੀਕ ਜਵਾਬ ਦਿੱਤਾ ਹੈ। ਇਤ ਦਿਸ਼ਾਵਨ ਭਇਓ ਹਮਾਰਾ। ਮਹਾਰਾਜ ਮੇਰਾ ਤੇ ਅਚਾਨਕ ਹੀ ਇਸ ਪਾਸੇ ਨੂੰ ਅੱਜ ਆਉਣਾ ਹੋਇਆ ਹੈ। ਜਿਸ ਤੇ ਯਾਫਤ ਦਰਸ ਇਸ ਤੁਮਾਰਾ। ਕਰਕੇ ਤੁਹਾਡਾ ਜਿਹੜਾ ਦਰਸ਼ਨ ਹੈ ਉਹ ਮੈਨੂੰ ਹੋਇਆ ਹੈ। ਯਾਫਤ ਤੋਂ ਭਾਵ ਹੁੰਦਾ ਪਾਇਆ। ਸੋ ਅਰਬੀ ਦਾ ਇਹ ਸ਼ਬਦ ਹੈ ਕਿ ਮਹਾਰਾਜ ਮੇਰਾ ਬਹਾਨੇ ਨਾਲ ਤੁਹਾਡਾ ਦਰਸ਼ਨ ਕਰਨ ਦਾ ਇਸ ਭਾਗ ਸਮਾਂ ਮਿਲਿਆ ਹੈ। ਤੁਮ ਹਿੰਦੂਨ ਕੇ ਗੁਰੂ ਕਹਾਵ। ਪਰ ਮਹਾਰਾਜ ਤੁਹਾਡੇ ਸਵਾਲਾਂ ਦਾ ਜਵਾਬ ਤੇ ਮੈਂ ਦਿੱਤਾ, ਪਰ ਹੁਣ ਮੇਰੇ ਸਵਾਲ ਦਾ ਵੀ ਜਵਾਬ ਦਿਓ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਪੁੱਛੋ, ਫਿਰ ਕੀ ਪੁੱਛਦੇ ਹੋ। ਕਹਿਣ ਲੱਗਾ ਮਹਾਰਾਜ ਸਵਾਲ ਇਹ ਹੈ, ਇੱਕ ਪਾਸੇ ਤੁਸੀਂ ਆਖਦੇ ਹੋ ਵੀ ਅਸੀਂ ਸਿੱਖਾਂ ਦੇ ਗੁਰੂ ਹਾਂ, ਹਿੰਦੂ ਵੀ ਸਾਨੂੰ ਗੁਰੂ ਕਹਿ ਕੇ ਮੰਨਦੇ, ਸਿੱਖ ਵੀ ਸਾਨੂੰ ਗੁਰੂ ਕਹਿ ਕੇ ਨਮਸਕਾਰ ਕਰਦੇ ਹਨ। ਭਲੋ ਹੋਣ ਕੋ ਪੰਥ ਬਤਾਵੋ। ਤੇ ਤੁਸੀਂ ਆਖਦੇ ਹੋ ਵੀ ਅਸੀਂ ਆਪਣੇ ਸਿੱਖਾਂ ਨੂੰ ਬੜਾ ਚੰਗਾ ਰਸਤਾ ਦੱਸਦੇ ਹਾਂ, ਉਹਨਾਂ ਦੀ ਮੁਕਤੀ ਕਰਦੇ ਹਾਂ, ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਹਾਂ, ਅਕਾਲ ਪੁਰਖ ਦੇ ਰਾਹ ਨੂੰ ਵਿਖਾਉਂਦੇ ਹਾਂ। ਦੂਜੇ ਪਾਸੇ ਤੁਸੀਂ ਇਹ ਗੱਲ ਕਰਦੇ ਹੋ ਇਹ ਮਹਿਲਾਇਤ ਮਹਾ ਉਸਾਰਨ। ਤੇ ਮਹਾਰਾਜ ਜੇ ਸਿੱਖਾਂ ਦਾ ਭਲਾ ਹੀ ਕਰਨਾ ਤੇ ਆ ਜਿਹੜੇ ਏਡੇ ਏਡੇ ਵੱਡੇ ਮਹਿਲ ਬਣਾ ਛੱਡੇ ਨੇ, ਚੁਬਾਰੇ ਉੱਪਰ ਚੁਬਾਰਾ ਚਾੜ ਛੱਡਿਆ, ਬੜੇ ਬੜੇ ਸੋਹਣੇ ਬਾਜ਼ਾਰ ਬਣਾ ਛੱਡੇ ਨੇ, ਬੜੇ ਬੜੇ ਸੋਹਣੇ ਘਰ ਬਣਾ ਛੱਡੇ, ਤੇ ਮਹਾਰਾਜ ਇਹਨਾਂ ਦਾ ਮੋਹ ਕਿਵੇਂ ਛਡਾਓਗੇ। ਪਹਿਲਾਂ ਆਪ ਤੇ ਬਣਾ ਕੇ ਦਿੰਦੇ ਪਏ ਹੋ, ਫਿਰ ਬਾਅਦ ਵਿੱਚ ਆਖੋਗੇ ਵੀ ਇਹਨਾਂ ਦਾ ਮੋਹ ਛੱਡੋ। ਤੇ ਜੇ ਮੋਹ ਹੀ ਛਡਾਉਣਾ ਤੇ ਫਿਰ ਬਣਾ ਕੇ ਕਿਉਂ ਦਿੱਤੇ। ਮੇਰਾ ਸਵਾਲ ਇਹ ਹੈ, ਆਪਣੇ ਆਪ ਨੂੰ ਗੁਰੂ ਤੇ ਕਹਿੰਦੇ ਹੋ, ਸਿੱਖਾਂ ਦੇ ਮਨਾਂ ਦੇ ਵਿੱਚੋਂ ਮੋਹ ਨੂੰ ਖਤਮ ਕਰਨ ਦੀ ਗੱਲ ਕਰਦੇ ਹੋ, ਪਰ ਮਹਾਰਾਜ ਘਰ ਤੇ ਆਪ ਬਣਾ ਕੇ ਦਿੰਦੇ ਪਏ। ਬੜੀਆਂ ਬੜੀਆਂ ਸੋਹਣੀਆਂ ਡਿਉੜੀਆਂ ਬਣਾਈਆਂ ਨੇ, ਚੁਬਾਰੇ ਬਣਾਏ ਨੇ, ਤੇ ਫਿਰ ਏਡੇ ਮਹਿਲ ਉਸਾਰਨ ਦੀ ਲੋੜ ਕੀ ਹੈ ਜੇ ਇਹਨਾਂ ਦਾ ਮੋਹ ਛੱਡਣਾ ਜਾਂ ਇਹਨਾਂ ਨੂੰ ਛੱਡ ਕੇ ਜਾਣਾ ਹੈ। ਨਿਤ ਪ੍ਰਤ ਮਮਤਾ ਅਧਿਕ ਬਿਥਾਰਨ। ਤੇ ਮਹਾਰਾਜ ਇਹ ਤੇ ਮਮਤਾ ਵਧੇਗੀ ਨਾ, ਜੇ ਸੋਹਣਾ ਘਰ ਹੋਵੇਗਾ ਤੇ ਮੋਹ ਤੇ ਵਧੇਗਾ ਹੀ ਨਾ। ਬੰਦਾ ਸੋਚੇਗਾ ਨਾ ਵੀ ਇੰਨੀ ਮੁਸ਼ੱਕਤ ਮਿਹਨਤ ਨਾਲ ਘਰ ਬਣਾਇਆ ਤੇ ਕਿਉਂ ਛੱਡਾਂ। ਜਿੰਨੀ ਮਹਿੰਗੀ ਚੀਜ਼ ਹੋਵੇਗੀ, ਜਿੰਨੀ ਜ਼ਿਆਦਾ ਸੋਹਣੀ ਹੋਵੇਗੀ, ਉਹਨੂੰ ਛੱਡਣਾ ਓਨਾ ਔਖਾ ਹੋਵੇਗਾ। ਤੇ ਜਿਹੜੀ ਚੀਜ਼ ਛੱਡ ਕੇ ਚਲੇ ਜਾਣਾ, ਮਰ ਜਾਣਾ, ਫਿਰ ਉਹਨੂੰ ਇੰਨਾ ਸੋਹਣਾ ਬਣਾਉਣ ਦੀ ਕੀ ਲੋੜ ਹੈ। ਸਾਧੂਆਂ ਨੂੰ ਚਾਹੀਦਾ ਵੀ ਖੁੱਲ੍ਹੇ ਅਸਮਾਨ ਦੇ ਥੱਲੇ ਆਪਣੀ ਚਾਦਰ ਵਿਛਾ ਕੇ ਤੇ ਸੌਂ ਜਾਣ, ਤੇ ਜਦੋਂ ਦਿਨ ਚੜ੍ਹੇ ਉੱਠ ਕੇ ਅੱਗੇ ਚਲੇ ਜਾਣ, ਨਾ ਕੁਝ ਬਣਾਉਣਾ ਪਵੇ ਤੇ ਨਾ ਮੋਹ ਪਵੇ। ਪਰ ਤੁਸੀਂ ਤੇ ਸੋਹਣੇ ਸੋਹਣੇ ਘਰ ਬਣਾ ਛੱਡੇ ਨੇ, ਬਾਜ਼ਾਰ ਬਣਾ ਛੱਡੇ, ਤੇ ਮਹਾਰਾਜ ਫਿਰ ਇਹਨਾਂ ਦਾ ਮੋਹ ਕਿਵੇਂ ਛੁੱਟੇਗਾ। ਇਹ ਸਵਾਲ ਹੈ। ਪੀਰ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਬਹਿ ਕੇ ਗੱਲ ਕੀਤੀ ਹੈ। ਸੰਤ ਜਨੋ ਕਹਿ ਨਾਹਿ ਨੀਕੀ। ਇਹ ਸੰਤਾਂ ਨੂੰ ਗੱਲ ਚੰਗੀ ਨਹੀਂ ਲੱਗਦੀ ਹੈ। ਚਲੋ ਸੰਸਾਰ ਦੇ ਲੋਕਾਂ ਦੀ ਬਿਰਤੀ ਹੋਰ ਹੈ ਵੀ ਘਰ ਚਾਹੀਦਾ ਹੈ, ਘਰ ਦੇ ਵਿੱਚ ਵਸਤੂਆਂ ਚਾਹੀਦੀਆਂ ਨੇ, ਪਰ ਜਿਹੜੇ ਸੰਤ ਨੇ ਨਾ ਉਹ ਕਹਿੰਦੇ ਵੀ ਕੁਝ ਨਹੀਂ ਇਹੋ ਜਿਹਾ ਪਦਾਰਥ ਚਾਹੀਦਾ। ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੂਵਦ ਘਾਈ, ਜਿਨ ਤ੍ਰੈਣ ਧਾਰ ਮੂੰਡ ਬੁਲਾਏ। ਸੋ ਇੱਕ ਸ਼ਾਹੂਕਾਰ ਨੇ ਭਗਤ ਨਾਮਦੇਵ ਦਾ ਘਰ ਢਾਹ ਕੇ ਤੇ ਆਪਣਾ ਬੜਾ ਸੋਹਣਾ ਮਹਿਲ ਬਣਾ ਲਿਆ, ਡੂੰਘੀਆਂ ਡੂੰਘੀਆਂ ਨੀਆਂ ਪੱਟ ਕੇ। ਤੇ ਨਾਮਦੇਵ ਜੀ ਕਹਿਣ ਲੱਗੇ ਸ਼ਾਹੂਕਾਰਾ, ਮਕਾਨ ਦੀ ਤੇ ਇੱਕ ਮਰਿਆਦ ਬਣ ਗਈ ਹੈ, ਉਮਰਾ ਬਣ ਗਈ ਹੈ ਵੀ ਇਹ 100 ਸਾਲ ਨਹੀਂ ਜਾਏਗਾ ਜਾਂ 50 ਸਾਲ ਨਹੀਂ ਜਾਏਗਾ, ਪਰ ਇਹ ਦੱਸ ਵੀ ਤੇਰੀ ਜ਼ਿੰਦਗੀ ਦੀ ਕਿੰਨੀ ਮਰਿਆਦ ਹੈ, ਕਿੰਨਾ ਤੇਰੇ ਕੋਲ ਭਰੋਸਾ ਯਕੀਨ ਹੈ ਵੀ ਇੰਨਾ ਚਿਰ ਮੈਂ ਨਹੀਂ ਮਰਦਾ। ਘਰ ਤੇ ਡੂੰਘੀਆਂ ਨੀਆਂ ਦੇ ਨਾਲ ਬਣਾ ਲਿਆ, ਘਰ ਤੇ ਬੜਾ ਸੋਹਣਾ ਮਜ਼ਬੂਤ ਬਣਾ ਲਿਆ ਵੀ ਇੰਨਾ ਚਿਰ ਨਹੀਂ ਡਿੱਗੇਗਾ, ਪਰ ਤੇਰੇ ਸਰੀਰ ਦੀ ਕੀ ਬੁਨਿਆਦ ਹੈ ਇਹ ਤੇਰੇ ਕੋਲ ਨਹੀਂ ਹੈ। ਤੇ ਫਿਰ ਉਹਨਾਂ ਨੇ ਆਖਿਆ ਮਾਰ ਕੰਡੇ ਤੇ ਕੂਵਦ ਘਾਈ। ਮਾਰ ਕੰਡੇ ਨਾਮ ਦਾ ਇੱਕ ਰਿਖੀ ਹੋਇਆ, ਤੇ ਵਿਦਵਾਨ ਕਹਿੰਦੇ ਵੀ ਉਹਦੀ ਉਮਰਾ ਬੜੀ ਲੰਮੀ ਸੀ,
पर उस लंबी उम्र वाले व्यक्ति ने कदे अपना घर नहीं सी बनाया। त्रैण धर मूंड बलाए, सुके कखां दा छप्पर पा के ते छप्पर विच ही रहा। छप्पर दी छत बना के, जिन्हों आपां झोंपड़ी कह दिंदे आ, झुग्गी कह दिंदे आ, झुग्गी बना के उस लंबी उम्र वाले व्यक्ति ने अपना सारा जीवन कढ़ लिया। तो शाहूकारा एडा वड्डा महल उसारी जाना, डूंघियां नीआं पट के, पर यह दस भी तेरी जिंदगी की बुनियाद किन्नी है। सो इत्थे ये बचन करदा पिया, कहन लगा महाराज भी संतां नूं ये गल चंगी नहीं लगती। संत ते कहंदे भी दुनिया छड्ड के जाना है, तो जे दुनिया छड्ड के जाना तो एडा महल बनाउण दी की लोड़ है। ये मेरा सवाल है तो मैं इहदा उत्तर चाहुंदा हाँ। बढ़ता जग की जानत फीकी, क्योंकि जिहड़े साधु ने ना वो संसार की वडियाई नूं फिक्का जानते हैं। आपां दुनिया के लोग हाँ, सानूं जिन्नी कोई वडियाई दिंदा असीं उन्ने ही फुੱਲ जाते, उन्ने ही चौड़े हो जाते, सानूं बड़ा चंगा लगदा। जिहड़े बंदे ने साडे मूँह ते चार वडियाई दीयां गल्लां कह दित्तियां सानूं अपना लगदा, पर जिन्ने किसी ने मूँह ते कोई सच्ची गल कहती वो बेगाना लगता है। ये साडी हालत है संसार की। पर साधु जिहड़े ने उन्होंने दुनिया की वडियाई का कोई फर्क नहीं पैंदा। कोई भला कहो चाहे बुरा कहो, उन्होंने कोई चंगा कही जाए तां भी कोई फर्क नहीं, माड़ा कही जाए तां भी कोई फर्क नहीं। क्योंकि साधु का सुभाव धरती वर्गा हो जाता। धरती के उपर कोई टोया बंदा पट देवे, खूह पट देवे, तो धरती कदे शराप नहीं देंदी भी तू खूह क्यों पटिया। तो धरती के उपर आके कोई फुलों की वर्खा कर दे, फुलों की विछौनी विछा दे, फुल विछा दे, तो धरती कदे नहीं आके आखदी बंदिया भी तू बड़ा चंगा किया फुल विछाए ने। धरती नूं टोया पट्टन नाल फर्क नहीं है, फुलों की वर्खा नाल कोई फर्क नहीं है। तो साधु का सुभाव ही धरती वर्गा हुंदा है। वो दुनिया की वडियाई नूं जिन्ना मर्जी उन्होंने कोई चंगा कही जाए कहते कोई फर्क नहीं, कोई माड़ा कही जाए कहते उहदे नाल भी कोई फर्क नहीं है। सगों अपने मूँह कहते ने कबीर सब ते हम बुरे, हम ताज भलो सब कोए, जिन्ना ऐसा कर बुझिया मीत हमारा सोए। जिहड़ा सानू माड़ा कहंदा वो सानू साडी औकात याद करवाउंदा है, ते वो साडा मित्र है। जिहड़ा सानू चंगा कहंदा वो सानू हंकार दिंदा पिया, हौमे दिंदा पिया, साडा दुश्मन है। पर यह साधु की बिरती है, संसारी बंदियां की बिरती नहीं है। संसारी बंदे नूं माड़ा कहोगे तो गालां खाओगे, माड़े नूं चंगा कहोगे तो वह खुश हो जाएगा। ये संसारी बिरती है। पर साधु जिहड़े ने उन्हां नूं संसार की वडियाई नहीं चाहिदी हुंदी, इन्हां गल्लां तो निर्लेप हुंदे हन। होए परलोक में जो सुखदाई, क्योंकि साधु कहिंदे ने भी ना घर बनाओ, ना परिवार दे विच बहुता खचत होवो, ना संसार की बहुती माया इकट्ठी करो। क्यों? क्योंकि जो दुनिया छड्ड के जानी है, जिन्ने हौले होवोगे उन्ना छड्डना सौखा होवेगा, जिन्ने भारे होवोगे उन्ना छड्डना औखा होवेगा। इस करके साधु जिहड़े ने वो ना बहुते महल बनाउंदे ने, ना बहुता परिवार विच डुबदे ने, ना बहुते पदार्थ इकट्ठे करदे भी दुनिया छड्ड के जानी है। महाराज ये गल्लां सच्चियां ने। मैं अपने कोलों तुहाडे नाल कोई ईर्खा करके नहीं कहंदा पिया, पर मैनूं इन्हां गल्लां दा जवाब चाहीदा भी एक पासे तो तुसीं अपने आप नूं गुरु कहंदे हो, अपने आप नूं साधु ते संत खवाउंदे हो, दूजे पासे आनंदपुर साहिब वर्गा शहर वसाउंदे पए हो, इन्ने इन्ने सोहणे बाजार, ते जदों छड्ड के जाना पिया तो महाराज किवें छुटेगा ये मोह, किवें छुटणगे पदार्थां दे बने हुए बंधन। ये मेरा सवाल है। इस आचरण तजे चपलाई, महाराज जीओ ये जिहड़ी चपलाई है ना, चंचलताई, इनू किवें छड्डांगे? जां आपां इस तरह कह सकते हैं भी ये इन्ने इन्ने सोहणे बाजार बनाए ने बड़े चमक दमक वाले, इन्हां नू किवें छड्डांगे जदों छड्ड के जाना पिया? नहीं छड्डिया जाना, क्योंकि अंत काल जो मंदिर सिमरै, ऐसी चिंता मह जे मरै, प्रेत जोन वल वल औतरै, बाणी दा बचन है। सारी उम्र ठगियां मार के, धोखा करके, धक्का करके बड़ा सोहना घर बनाया, घर तो बना लिया, मेहनत तो बड़ी की, दिने रात लगा रहा, दुनिया दीयां बद सीसां बद दुआवां लईयां, घर बन गया, बड़ा सोहना, बड़ा मोह करदा। पर जदों घर नूं छड्ड के जाण दा समां आ गया, मंजे ते पिया होया, हुण मौत सामने दिखाई दिंदी है, मर जाना, ध्यान चला गया घर वाले पासे, छत वल वेंदा पिया, कदे कंधां वल वेखदा, कदे अपने फर्नीचर वल वेखदा भी इन्ना महंगा फलाणे शहर तो लैके आंदा सी, फलाणे दा गला घुटिया सी, दुख दिता सी, उहदे कोलों माया ठगी सी ते फिर ये घर बनाया सी। हुण जमा दे अगे जोर कोई नहीं चलदा, जमा ने मैनू लै जाना तो घर जिहड़ा है ना, इहदे तो मैं बगाना हो जाना, मेरी मंजी कढ़ के हुणे इन्हां ने मरे दी बाहर रख देनी है।
ਜਾਂ ਥੱਲੇ ਧਰਤੀ 'ਤੇ ਲੰਮਾ ਪਾ ਦੇਣਾ, ਘਰ ਛੁੱਟ ਚੱਲਿਆ ਹੈ। ਮਰਦਿਆਂ ਮਰਦਿਆਂ ਘਰ ਵੱਲ ਧਿਆਨ ਗਿਆ, ਕਿਉਂਕਿ ਬਣਾਇਆ ਸੀ ਬੜੇ ਮੋਹ ਦੇ ਨਾਲ, ਬਣਾਇਆ ਸੀ ਬੜੀ ਹੇਰਾ ਫੇਰੀ ਦੇ ਨਾਲ। ਮਰਨ ਲੱਗਾ, ਧਿਆਨ ਘਰ ਵਿੱਚ ਹੈ। ਤੇ ਮਹਾਰਾਜ ਕਹਿੰਦੇ, ਪਰਮੇਸ਼ਰ ਨੇ ਆਖਿਆ ਜੇ ਘਰ ਵਿੱਚ ਧਿਆਨ ਰੱਖਦਾ ਤੇ ਤੈਨੂੰ ਇਸੇ ਘਰ ਵਿੱਚ ਹੀ ਰੱਖਾਂਗੇ। ਸਰੀਰ ਤੇ ਮਰ ਗਿਆ ਪਰ ਆਤਮਾ ਨਹੀਂ ਮਰੀ ਹੈ। ਆਤਮਾ ਨੂੰ ਪ੍ਰੇਤ ਬਣਾ ਕੇ ਉਸੇ ਘਰ ਦੇ ਵਿੱਚ ਪਰਮਾਤਮਾ ਨੇ ਡੱਕ ਲਿਆ, ਰੋਕ ਲਿਆ। ਤੇ ਕੁਝ ਲੋਕ ਆਖਦੇ ਨੇ ਸਾਨੂੰ ਸਾਡਾ ਵੱਡਾ ਵਡੇਰਾ ਫਲਾਣਾ ਘਰ ਵਿੱਚ ਮਿਲਦਾ, ਦਰਵਾਜ਼ੇ ਤੇ ਖਲੋਤਾ ਹੁੰਦਾ, ਕਦੇ ਉਹ ਮੰਜੇ 'ਤੇ ਸੁੱਤਾ ਹੁੰਦਾ। ਉਹਦਾ ਕਾਰਨ ਇਹ ਆ ਵੀ ਉਹਦੀ ਆਤਮਾ ਉੱਥੇ ਭੜਕਦੀ ਪਈ ਹੈ, ਉਹਦਾ ਧਿਆਨ ਉੱਥੇ ਰਹਿ ਗਿਆ, ਉਹ ਮੁਕਤ ਨਹੀਂ ਹੋ ਸਕਿਆ। ਤੇ ਇਹ ਪੀਰ ਦਾ ਸਵਾਲ ਵੀ ਇਹੋ ਹੀ ਹੈ। ਕਹਿਣ ਲੱਗਾ, ਮਹਾਰਾਜ ਵੀ ਘਰ ਤੇ ਬੜੇ ਸੋਹਣੇ ਬਣਾਉਂਦੇ ਪਏ ਹੋ, ਬੜਾ ਸੋਹਣਾ ਚਿੱਤਰਕਾਰੀ ਕਰ ਕਰਕੇ ਸ਼ਹਿਰ ਬਣਾ ਦਿੱਤਾ, ਪਰ ਛੱਡ ਕੇ ਜਦੋਂ ਜਾਣਾ ਉਦੋਂ ਕੀ ਬਣੇਗਾ? ਇਹ ਮੇਰਾ ਸਵਾਲ ਹੈ। ਸੁਨੋ ਪੀਰ ਗੁਰਬਾ ਕੇ ਉਚਾਰ। ਗੁਰੂ ਤੇਗ ਬਹਾਦਰ ਪਾਤਸ਼ਾਹ ਪੂਰੇ ਗੁਰੂ ਨੇ ਨਾ, ਅਧੂਰੇ ਗੁਰੂਆਂ ਦੇ ਕੋਲੋਂ ਕੋਈ ਜਵਾਬ ਨਹੀਂ ਹੁੰਦਾ, ਪਰ ਪੂਰੇ ਗੁਰੂ ਕੋਲ ਜਵਾਬ ਹੁੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੁਣਿਆ ਬਚਨ, ਕਹਿਣ ਲੱਗੇ, ਪੀਰ ਜੀ ਸਵਾਲ ਤੇ ਤੁਹਾਡਾ ਸੁਣ ਲਿਆ, ਹੁਣ ਅਸੀਂ ਤੁਹਾਨੂੰ ਉੱਤਰ ਦੇਣ ਲੱਗੇ ਹਾਂ, ਤੇ ਸੁਣੋ ਫਿਰ ਇਸ ਗੱਲ ਦਾ ਜੋ ਅਸੀਂ ਉੱਤਰ ਦਿੰਦੇ ਹਾਂ। ਸਭ ਆਸ਼ਰਮ ਤੇ ਗ੍ਰਹਿਸਥ ਉਦਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ 4 ਆਸ਼ਰਮ ਨੇ। ਵਿਦਵਾਨਾਂ ਨੇ ਨਾ ਗ੍ਰੰਥਾਂ ਵਿੱਚ ਦੁਨੀਆ ਨੂੰ 4 ਤਰੀਕੇ ਦੇ ਨਾਲ ਵੰਡਿਆ ਹੈ। ਸੋ ਇਸੇ ਤਰ੍ਹਾਂ ਬ੍ਰਹਮਚਾਰੀ, ਸੰਨਿਆਸੀ ਅਤੇ ਇਸੇ ਤਰ੍ਹਾਂ ਗ੍ਰਸਤੀ। ਬ੍ਰਹਮਚਾਰੀ ਉਹ ਨੇ ਜਿਹੜੇ ਵਿਆਹ ਨਹੀਂ ਕਰਵਾਉਂਦੇ, ਹਮੇਸ਼ਾ ਬਾਹਰ ਧਰਤੀ 'ਤੇ ਵਿਚਰਦੇ ਰਹਿੰਦੇ ਆਪਣੀ ਮੌਜ ਦੇ ਨਾਲ, ਪਰ ਵਿਆਹ ਨੂੰ ਨਹੀਂ ਕਰਵਾਉਣਾ ਜਾਂ ਨਹੀਂ ਕਰਦੇ, ਜਾਂ ਨਹੀਂ ਕਰਨ ਦਾ ਉਪਦੇਸ਼ ਦਿੰਦੇ ਨੇ। ਦੂਜੇ ਨੰਬਰ ਦੇ ਉਹ ਨੇ ਸੰਨਿਆਸੀ, ਜਿਨ੍ਹਾਂ ਨੇ ਸੰਨਿਆਸ ਲੈ ਲਿਆ ਹੈ। ਤੀਜੇ ਨੰਬਰ ਦੇ ਨੇ ਹੈ ਬਾਨਪ੍ਰਸਤੀ, ਜਿਹੜੇ ਜੰਗਲ ਵਿੱਚ ਹੀ ਰਹਿੰਦੇ ਨੇ, ਉਹਨਾਂ ਦਾ ਜੋ ਵੀ ਕੁਝ ਹੈ ਸਾਰੀ ਜ਼ਿੰਦਗੀ ਜੰਗਲ ਵਿੱਚ ਹੀ ਲੰਘ ਜਾਂਦੀ ਹੈ, ਜੰਗਲ ਵਿੱਚ ਰਹਿਣਾ, ਕਿਸੇ ਦੇ ਮੱਥੇ ਨਹੀਂ ਲੱਗਣਾ। ਤੇ ਚੌਥੇ ਨੰਬਰ ਦੇ ਨੇ ਗ੍ਰਸਤੀ, ਪਰਿਵਾਰ ਵਾਲੇ, ਬੱਚਿਆਂ ਵਾਲੇ, ਭੈਣਾਂ ਭਰਾਵਾਂ ਵਾਲੇ, ਜਿਵੇਂ ਆਪਾਂ ਆ। ਮਹਾਰਾਜ ਕਹਿਣ ਲੱਗੇ ਜਿਹੜਾ ਬ੍ਰਹਮਚਾਰੀ ਹੈ, ਜਿਹਨੇ ਵਿਆਹ ਹੀ ਨਹੀਂ ਕਰਾਇਆ, ਉਹਨੂੰ ਘਰ ਦੀ ਕੀ ਲੋੜ ਹੈ? ਉਹ ਜਿੱਥੇ ਮਰਜ਼ੀ ਆਪਣਾ ਤੰਬੂ ਲਾਏ ਤੇ ਬੈਠਾ ਰਵੇ। ਜਿਹੜਾ ਸੰਨਿਆਸੀ ਹੈ, ਜਿਹਨੇ ਸੰਨਿਆਸ ਲੈ ਲਿਆ, ਨਾ ਉਹਨੂੰ ਘਰ ਦੀ ਲੋੜ ਹੈ, ਕਿਉਂਕਿ ਨਾ ਉਹਨੂੰ ਘਰ ਦੀਆਂ ਮਜਬੂਰੀਆਂ ਪਈਆਂ, ਤੇ ਨਾ ਉਹਨੂੰ ਪਤਾ ਵੀ ਘਰ ਦੀਆਂ ਮਜਬੂਰੀਆਂ ਹੁੰਦੀਆਂ ਕੀ। ਤੇ ਇਸੇ ਤਰ੍ਹਾਂ ਜਿਹੜਾ ਜੰਗਲ ਵਿੱਚ ਰਹਿਣ ਵਾਲਾ, ਉਹਨੇ ਜੰਗਲ ਦੇ ਵਿੱਚ ਕੋਈ ਨਾ ਕੋਈ ਪਹਾੜ ਦੀ ਗੁਫਾ ਵੇਖ ਕੇ ਤੇ ਉੱਥੇ ਆਪਣਾ ਡੇਰਾ ਲਾ ਲੈਣਾ। ਇਹਨਾਂ ਤਿੰਨਾਂ ਬੰਦਿਆਂ ਨੂੰ ਘਰ ਦੀ ਲੋੜ ਨਹੀਂ ਹੈ। ਪਰ ਚੌਥੇ ਨੰਬਰ ਦਾ ਜਿਹੜਾ ਬੰਦਾ ਪਰਿਵਾਰ ਵਾਲਾ, ਬੱਚਿਆਂ ਵਾਲਾ, ਭੈਣਾਂ ਭਰਾਵਾਂ ਵਾਲਾ, ਉਸ ਨੂੰ ਕਿਹਾ ਜਾਂਦਾ ਗ੍ਰਸਤੀ। ਤੇ ਜਿਹੜਾ ਗ੍ਰਸਤੀ ਹੋਇਆ ਕਰਦਾ, ਉਹਦੇ ਬਾਬਤ ਮਹਾਰਾਜ ਫਰਮਾਉਂਦੇ ਹਨ, ਅਪਰ ਸਕਲ ਕੋ ਇਹ ਉਪਜੰਤੋ। ਤੇ ਕਹਿਣ ਲੱਗੇ ਮਹਾਰਾਜ ਵੀ ਜਿੰਨੇ ਵੀ ਤੁਹਾਡੇ ਸੰਨਿਆਸੀ ਨੇ ਨਾ, ਜਾਂ ਬ੍ਰਹਮਚਾਰੀ ਨੇ, ਜਾਂ ਜੰਗਲ ਵਿੱਚ ਰਹਿਣ ਵਾਲੇ ਨੇ, ਸਾਰੇ ਦੇ ਸਾਰੇ ਜਿਹੜੇ ਪਲਦੇ ਨੇ ਉਹ ਗ੍ਰਸਤੀ ਦੇ ਕੋਲੋਂ ਪਲਦੇ ਨੇ। ਕਿਉਂਕਿ ਕਮਾਈ ਤੇ ਗ੍ਰਸਤੀ ਨੇ ਕਰਨੀ ਹੈ। ਮਿਹਨਤ ਤੇ ਉਹ ਕਰੇਗਾ ਨਾ ਜਿਹਦਾ ਪਰਿਵਾਰ ਹੈ, ਪਹਿਲਾਂ ਕਮਾਈ ਕਰੇਗਾ, ਫਿਰ ਉਸ ਕਮਾਈ ਦਾ ਸੌਦਾ ਲਿਆਵੇਗਾ, ਫਿਰ ਉਹਦੇ ਘਰ ਵਿੱਚ ਪ੍ਰਸ਼ਾਦਾ ਬਣੇਗਾ। ਤਾਂ ਜਦੋਂ ਬਣ ਗਿਆ ਪ੍ਰਸ਼ਾਦਾ, ਤੇ ਤੁਸੀਂ ਜਾ ਕੇ ਉਹਦਾ ਦਰਵਾਜ਼ਾ ਖੜਕਾਉਣਾ ਤੇ ਆਖਣਾ ਵੀ ਅਲੱਖ ਨਿਰੰਜਨ, ਵੀ ਪਾਓ ਖੈਰ। ਹੁਣ ਨਾ ਤੁਹਾਨੂੰ ਦਿਹਾੜੀ ਕਰਨੀ ਪਵੇ, ਨਾ ਸੌਦਾ ਪੱਤਾ ਲਿਆਉਣਾ ਪਵੇ, ਨਾ ਚੁੱਲ੍ਹਾ ਬਾਲਣਾ ਪਵੇ, ਨਾ ਰੋਟੀ ਲਾਉਣੀ ਪਵੇ, ਤੇ ਤੁਸੀਂ ਤੇ ਮੂੰਹ ਚੁੱਕਣਾ ਤੇ ਉਹਨਾਂ ਦੇ ਘਰੇ ਚਲੇ ਜਾਣਾ ਜਿਹਨੇ ਰੋਟੀ ਬਣਾਈ ਹੈ। ਤੇ ਜਿਹਨੇ ਰੋਟੀ ਬਣਾਈ ਹੈ ਉਹਨੂੰ ਫਿਰ ਚੁੱਲ੍ਹਾ ਵੀ ਚਾਹੀਦਾ, ਜਿਹਨੇ ਰੋਟੀ ਬਣਾਉਣੀ ਹੈ ਉਹਨੂੰ ਰਸੋਈ ਵੀ ਚਾਹੀਦੀ ਹੈ, ਤੇ ਜਿਹਨੇ ਰਸੋਈ ਬਣਾਉਣੀ ਉਹਨੂੰ ਰਹਿਣ ਵਾਸਤੇ ਘਰ ਵੀ ਚਾਹੀਦਾ। ਪਾਤਸ਼ਾਹ ਕਹਿਣ ਲੱਗੇ ਸਵਾਲ ਤੇਰਾ ਠੀਕ ਹੈ ਵੀ ਘਰ ਦੇ ਵਿੱਚ ਮੋਹ ਪੈ ਜਾਏਗਾ, ਮੁਕਤੀ ਨਹੀਂ ਹੋਵੇਗੀ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਕਿੱਥੇ ਜਾਂਦੇ ਜੇ? ਜੇ ਕਿਸੇ ਡੇਰੇ ਤੇ ਜਾਓਗੇ ਤੇ ਉੱਥੇ ਵੀ ਦਿੱਤਾ ਹੋਇਆ ਦਾਨ